ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਰੀਰਕ ਚੋਲਾ ਤਿਆਗਿਆ, ਸਤਿਗੁਰੂ ਮਹਾਰਾਜ ਜੀ ਪਿਤਾ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਨਿਵਾਜਣ ਵਾਸਤੇ, ਸਿਰਪਾਓ ਦੇਣ ਵਾਸਤੇ, ਜਿਹਨੂੰ ਅਸੀਂ ਦਸਤਾਰ ਦੇ ਰੂਪ ਵਿੱਚ ਵੀ ਅੱਜ ਇਹ ਰਸਮ ਨਿਭਾਉਂਦੇ ਹਾਂ। ਉਹਦਾ ਮਤਲਬ ਹੁੰਦਾ ਹੈ ਕਿ ਅੱਜ ਤੋਂ ਪਿਤਾ ਦੀਆਂ ਜ਼ਿੰਮੇਵਾਰੀਆਂ ਪੁੱਤਰ ਨੇ ਨਿਭਾਉਣੀਆਂ ਨੇ। ਇਹ ਕੇਵਲ ਫਾਰਮੈਲਿਟੀ ਨਹੀਂ ਕਿ ਜਦੋਂ ਕਿਸੇ ਵੀ ਪਰਿਵਾਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ ਤੇ ਉਸ ਤੋਂ ਬਾਅਦ ਜਦੋਂ ਸਾਰੇ ਰਲ ਮਿਲ ਕੇ ਉਹਨਾਂ ਦੀ ਨਮਿਤ ਅਰਦਾਸ ਕਰਨ ਤੇ ਹਰ ਕੋਈ ਫਿਰ ਆਪਣੇ ਆਪਣੇ ਵੱਲੋਂ ਇੱਕ ਦਸਤਾਰ ਦੇਣ ਵਾਸਤੇ ਲੈ ਕੇ ਆਉਂਦਾ ਹੈ। ਤੇ ਉਹ ਇੱਕ ਰਸਮ ਵੀ ਨਹੀਂ ਕਹਿ ਸਕਦੇ, ਫਾਰਮੈਲਿਟੀ ਵੀ ਨਹੀਂ ਕਹਿ ਸਕਦੇ। ਉਹਦਾ ਮਤਲਬ ਹੁੰਦਾ ਹੈ ਕਿ ਇਹ ਦਸਤਾਰ ਦਾ ਕਿ ਜਿੰਨੇ ਵੀ ਪਿਤਾ ਦੀਆਂ ਜ਼ਿੰਮੇਵਾਰੀਆਂ ਨੇ ਅੱਜ ਤੋਂ ਪੁੱਤਰ ਨੇ ਨਿਭਾਉਣੀਆਂ ਨੇ। ਇਸ ਲਈ ਗੁਰੂ ਸਾਹਿਬ ਮਹਾਰਾਜ ਜੀ ਤਲਵੰਡੀ ਪਹੁੰਚੇ ਔਰ ਭਾਈ ਮਰਦਾਨਾ ਜੀ ਦੇ ਸਪੁੱਤਰ ਦੇ ਨਾਲ ਮੁਲਾਕਾਤ ਹੋਈ। ਉਹਨਾਂ ਨੂੰ ਦੱਸਿਆ ਕਿ ਤੁਹਾਡੇ ਪਿਤਾ ਕਿਵੇਂ ਆਪਣਾ ਜੀਵਨ ਸਫਲਾ ਕਰਕੇ ਇਸ ਜੀਵਨ ਨੂੰ ਲੇਖੇ ਵਿੱਚ ਲਾ ਕੇ ਨਿਰੰਕਾਰ ਦੇ ਚਰਨਾਂ ਵਿੱਚ ਬਿਰਾਜੇ ਹਨ। ਸਤਿਗੁਰੂ ਮਹਾਰਾਜ ਜੀ ਨੇ ਧੀਰਜ ਵੀ ਦਿੱਤਾ, ਹੌਸਲਾ ਵੀ ਦਿੱਤਾ। ਇਹ ਉਸ ਮਾਲਕ ਦੀ ਖੇਡ ਹੈ, ਹਰ ਇੱਕ ਨੂੰ ਇਹ ਸਰੀਰਕ ਚੋਲਾ ਤਿਆਗਣਾ ਪੈਂਦਾ ਹੈ। ਜਿਹੜਾ ਵੀ ਉਪਜਿਆ ਹੈ ਉਹਨੇ ਇੱਕ ਦਿਨ ਵਿਨਸ ਜਾਣਾ ਹੈ। ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਉਹਨੇ ਇੱਕ ਦਿਨ ਚੱਲਣਾ ਹੈ। ਤੇ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਦੋ ਤਰ੍ਹਾਂ ਦੇ ਪ੍ਰਾਣੀ ਹੁੰਦੇ ਨੇ। ਇੱਕ ਉਹ ਜਾਣਾ ਸਭਨਾਂ ਨੇ ਹੈ, ਮੰਦਿਆਂ ਨੇ ਵੀ ਚੰਗਿਆਂ ਨੇ ਵੀ, ਪਰ ਦੇਖਣਾ ਇਹ ਹੈ ਕਿ ਜ਼ਿੰਦਗੀ ਦੀ ਬਾਜੀ ਜਿੱਤ ਕੇ ਕੌਣ ਗਿਆ ਤੇ ਹਾਰ ਕੇ ਕੌਣ ਗਿਆ। ਜਿਨ੍ਹਾਂ ਨੇ ਤੇ ਆਪਣੇ ਜੀਵਨ ਨੂੰ ਸਮਝ ਲਿਆ ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ ਤੇ ਜਿਨ੍ਹਾਂ ਨੇ ਉਸ ਕਾਰਜ ਨੂੰ ਪੂਰਾ ਕੀਤਾ ਉਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹਦਾ ਜਨਮ ਸਵਾਰ ਕੇ ਚੱਲਿਆ। ਤੇ ਦੂਸਰੇ ਮਨਮੁਖ ਨੇ ਜਿਨ੍ਹਾਂ ਨੂੰ ਆਪਣੇ ਜੀਵਨ ਦੀ ਸੋਝੀ ਨਹੀਂ ਆਈ, ਜਿਨ੍ਹਾਂ ਨੂੰ ਆਪਣੇ ਜੀਵਨ ਦੀ ਸਮਝ ਨਹੀਂ ਆਈ ਕਿ ਇਹ ਮਨੁੱਖਾ ਜਨਮ ਕਿਸ ਵਾਸਤੇ ਮਿਲਿਆ, ਉਹ ਫਿਰ ਆਪਣੀ ਜ਼ਿੰਦਗੀ ਦਾ ਮੂਲ ਗਵਾ ਕੇ ਭਾਵ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤਿੰਨੀ ਜਨਮ ਜੂਏ ਹਾਰਿਆ। ਤਿੰਨੀ ਉਹਨਾਂ ਨੇ ਜਿਹੜੇ ਅੰਦਰੋਂ ਮੈਲੇ ਰਹਿ ਗਏ ਤੇ ਬਾਹਰੋਂ ਹੀ ਨਿਰਮਲ ਹੁੰਦੇ ਪਵਿੱਤਰ ਹੁੰਦੇ ਰਹਿ ਗਏ। ਜਿਹਨੂੰ ਅੰਮ੍ਰਿਤ ਬਾਣੀ ਵਿੱਚ ਆਪਾਂ ਕਈ ਵਾਰ ਪੜ੍ਹਿਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਦਿਓ। ਭਾਈ ਸਾਹਿਬ ਭਾਈ ਮਰਦਾਨਾ ਜੀ ਉੱਚ ਅਵਸਥਾ ਦੇ ਮਾਲਕ ਬਣ ਕੇ ਆਪਣਾ ਜਨਮ ਸਵਾਰ ਕੇ ਸਦਾ ਲਈ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਹੋਏ। ਤੇ ਗੁਰੂ ਮਹਾਰਾਜ ਜੀ ਨੇ ਭਾਣਾ ਮੰਨਣ ਦਾ ਉਸ ਵੇਲੇ ਜੋ ਉਪਦੇਸ਼ ਦਿੱਤਾ, ਅੱਗੋਂ ਹੱਥ ਜੋੜ ਕੇ ਭਾਈ ਮਰਦਾਨਾ ਜੀ ਦੇ ਪੁੱਤਰ ਸਾਹਿਬਜ਼ਾਦਾ ਹੱਥ ਜੋੜ ਕੇ ਆਖਿਆ, ਮਹਾਰਾਜ ਜੀ ਜਿਵੇਂ ਉਸ ਮਾਲਕ ਦੀ ਮੌਜ ਤੇ ਮੈਂ ਵੀ ਉਸੇ ਤਰ੍ਹਾਂ ਹੀ ਜੀਵਣਾ ਚਾਹੁੰਦਾ ਹਾਂ ਜਿਵੇਂ ਆਪ ਜੀ ਨੂੰ ਪਾਉਂਦਾ ਹੈ। ਇਸ ਤਰ੍ਹਾਂ ਵਿਚਾਰਾਂ ਹੋ ਰਹੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਦੇ ਸਪੁੱਤਰ ਨਾਲ ਕਵੀ ਸੰਤੋਖ ਸਿੰਘ ਜੀ ਅਗਲੇ ਇਤਿਹਾਸ ਦਾ ਜ਼ਿਕਰ ਕਰਦੇ ਨੇ। ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਤੇਰੇ ਪਿਤਾ ਜਜ ਗੈਲੀਨੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਤੁਹਾਡੇ ਪਿਤਾ ਜੀ, ਉਹਨਾਂ ਨੇ ਤਾਂ ਬਖਸ਼ਿਸ਼ ਜਿਹੜੀ ਆ ਉਹ ਮੰਗ ਕੇ ਲਈ ਹੈ। ਅਗਣ ਦਾਹੇ ਤੈ ਕੋ ਹਮਦੀਨੋ। ਉਹਨਾਂ ਦੇ ਅਖੀਰਲੇ ਸਵਾਸ ਤੱਕ ਜਿਹੜੀ ਉਹਨਾਂ ਦੀ ਇੱਛਾ ਭਾਵਨਾ ਸੀ ਕਿ ਇਸ ਸਰੀਰ ਦਾ ਸੰਸਕਾਰ ਕੀਤਾ ਜਾਵੇ ਤੇ ਉਸ ਮੁਤਾਬਕ ਅਸੀਂ ਆਪਣੇ ਹੱਥੀਂ ਅਗਨ ਭੇਟ ਕਰਕੇ ਆਏ ਹਾਂ। ਤੂੰ ਅਬ ਚਲਿਏ ਤੈ ਥਾਨਾ। ਇਸ ਲਈ ਪੁੱਤਰ ਜੀ ਤੁਸੀਂ ਹੁਣ ਉਸ ਥਾਂ ਤੇ ਚੱਲੋ ਜਿਸ ਥਾਂ ਤੇ ਤੁਹਾਡੇ ਪਿਤਾ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ ਗਿਆ ਹੈ। ਮਰਦਾਨੇ ਕੇ ਹੋਏ ਸਮਾਨਾ। ਕਿਉਂਕਿ ਹੁਣ ਉਹਨਾਂ ਦੇ ਸਮਾਨ ਤੁਸੀਂ ਹੋ, ਉਹਨਾਂ ਦੀ ਜਗ੍ਹਾ ਤੇ ਤੁਸੀਂ ਹੋ, ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁਣ ਤੁਸੀਂ ਨਿਭਾਉਣੀਆਂ ਹਨ। ਉਹ ਹੈ ਤਹਾਂ ਮਹਾਨ ਪ੍ਰਕਾਸ਼ਾ। ਇਸ ਲਈ ਉੱਥੇ ਚੱਲੋ, ਉੱਥੇ ਚੱਲ ਕੇ ਰਹੋ ਔਰ ਉਹ ਥਾਂ ਜਿਹੜਾ ਉਹ ਪ੍ਰਕਾਸ਼ਮਾਨ ਭਾਵ ਪ੍ਰਗਟ ਹੋਵੇਗਾ। ਬਸ ਹੋ ਸਦਾ ਕਰ ਆਪਣ ਆਵਾਸਾ। ਉਹ ਥਾਂ ਤੇ ਚੱਲ ਕੇ ਆਪਣਾ ਆਵਾਸ ਭਾਵ ਰਹਿਣਾ ਕਰੋ। ਹੁਣ ਜਿੱਥੇ ਤੁਹਾਡੇ ਪਿਤਾ ਜੀ ਨੇ ਅਖੀਰਲਾ ਸਵਾਸ ਲਿਆ, ਸਰੀਰਕ ਚੋਲਾ ਤਿਆਗਿਆ, ਉੱਥੇ ਚੱਲ ਕੇ ਹੀ ਤੁਸੀਂ ਆਪਣਾ ਟਿਕਾਣਾ ਕਰੋ ਜੀ। ਪੁਨ ਜਯੋ ਮਨ ਹਵੈ ਕਰਿਓ ਤੈਸੇ। ਪਰ ਨਾਲ ਹੀ ਇੱਕ ਗੱਲ ਇਹ ਵੀ ਕਹਿ ਦਿੱਤੀ ਵੀ ਅਸੀਂ ਆਪਣੇ ਵੱਲੋਂ ਜੋ ਕਹਿਣਾ ਸੀ ਉਹ ਕਹਿ ਦਿੱਤਾ, ਬਾਕੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਸ ਥਾਂ ਤੇ ਚੱਲ ਕੇ ਰਹਿਣਾ ਜਾਂ ਨਹੀਂ ਰਹਿਣਾ। ਪਰ ਅਸੀਂ ਇਹੀ ਕਹਿ ਰਹੇ ਹਾਂ ਕਿ ਤੁਸੀਂ ਉਸ ਥਾਂ ਤੇ ਚੱਲੋ, ਉੱਥੇ ਆਪਣਾ ਰਹਿਣ ਦਾ ਟਿਕਾਣਾ ਬਣਾਓ। ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਜਿਵੇਂ ਤੁਹਾਡੀ ਮਰਜ਼ੀ ਹੈ। ਹਮਰੇ ਹਿਰਦੇ ਵਿਖੇ ਐਸੇ। ਸਾਨੂੰ ਵੀ ਉਹੀ ਖੁਸ਼ੀ ਹੋਏਗੀ ਜੋ ਤੁਹਾਨੂੰ ਚੰਗਾ ਲੱਗੇਗਾ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਸਪੁੱਤਰ ਨੂੰ ਆਖਦੇ ਨੇ ਵੀ ਜਿਵੇਂ ਤੁਹਾਨੂੰ ਚੰਗਾ ਲੱਗੇ, ਕੋਈ ਜ਼ਬਰਦਸਤੀ ਨਹੀਂ, ਕੋਈ ਧੱਕਾ ਨਹੀਂ ਹੈ। ਜਿਵੇਂ ਤੁਹਾਨੂੰ ਚੰਗਾ ਲੱਗੇਗਾ ਅਸੀਂ ਵੀ ਉਸੇ ਅਨੁਸਾਰ ਹੀ ਅਗਲਾ ਕਾਰਜ ਕਰਾਂਗੇ। ਹੱਥ ਜੋੜ ਦਿਨ ਬਿਨੈ ਉਜਾਰੀ। ਅੱਗੋਂ ਭਾਈ ਮਰਦਾਨਾ ਜੀ ਦੇ ਸਪੁੱਤਰ ਨੇ ਦੋਵੇਂ ਹੱਥ ਜੋੜ ਕੇ ਆਖਣਾ ਕੀਤਾ, ਮੈਂ ਰਾਵਲ ਕੇ ਨਿਤ ਅਨੁਸਾਰੀ। ਕਹਿ ਲੱਗੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਇੱਕ ਕਿਰਪਾ ਕਰ ਦਿਓ, ਇੱਕ ਮੇਰੇ ਤੇ ਵੀ ਤਰਸ ਕਰ ਦਿਓ। ਮੈਂ ਰਾਵਲ ਕੇ ਨਿਤ ਅਨੁਸਾਰੀ, ਜੇ ਮੇਰੇ ਪਿਤਾ ਜੀ ਸਦਾ ਤੁਹਾਡੇ ਅਨੁਸਾਰ ਹੀ ਰਹੇ ਨੇ, ਤੁਹਾਡੇ ਹੁਕਮ ਦੇ ਵਿੱਚ ਚੱਲੇ ਨੇ, ਤੁਹਾਡੇ ਬਾਣੀ ਵਿੱਚ ਚੱਲੇ ਨੇ, ਤੇ ਮੈਂ ਵੀ ਤੁਹਾਡੇ ਹੁਕਮ ਵਿੱਚ ਬਾਣੀ ਵਿੱਚ ਹੀ ਚੱਲਣਾ ਚਾਹੁੰਦਾ ਹਾਂ। ਜੈਸੋ ਪਿਤਾ ਤੁਮਾਰੋ ਦਾਸੂ। ਜਿਹਨੇ ਮੇਰੇ ਪਿਤਾ ਜੀ ਨੇ ਰਬਾਬ ਲੈ ਕੇ ਤੁਹਾਡੇ ਨਾਲ ਰਬਾਬੀ ਬਣ ਕੇ ਸਾਥ ਦਿੱਤਾ, ਤੁਹਾਡੇ ਚਰਨਾਂ ਦੇ ਸੇਵਕ ਬਣ ਕੇ ਰਹੇ ਹਨ। ਤੈਸੇ ਮੁਝ ਜਾਣੋ ਸੁਖ ਰਾਸੂ। ਇਹ ਸੁੱਖਾਂ ਦੇ ਦਾਤਾ ਜੀ ਤੈਸੇ ਉਸੇ ਤਰ੍ਹਾਂ ਮੈਂ ਵੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਉਣਾ ਚਾਹੁੰਦਾ। ਜੇ ਤੁਸੀਂ ਕਹਿੰਦੇ ਹੋ ਵੀ ਆਪਣੇ ਪਿਤਾ ਦੀ ਜ਼ਿੰਮੇਵਾਰੀ ਸਾਂਭ, ਤੇ ਫਿਰ ਮੇਰੇ ਪਿਤਾ ਜੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤਾਂ ਰਬਾਬ ਦੀ ਸੀ, ਜੇ ਉਹਨਾਂ ਨੇ ਰਬਾਬ ਵਜਾਈ ਹੈ ਤੁਹਾਡੇ ਨਾਲ ਚੱਲ ਕੇ ਤੁਹਾਡੇ ਚਰਨਾਂ ਦੇ ਸੇਵਕ ਬਣ ਕੇ ਤੈਸੇ ਮੁਝ ਜਾਣੋ, ਮੈਨੂੰ ਵੀ ਉਸੇ ਤਰ੍ਹਾਂ ਜਾਣੋ। ਮੈਂ ਵੀ ਆਪਣੇ ਪਿਤਾ ਜੀ ਦੀ ਜਗ੍ਹਾ ਤੇ ਇਹ ਸਾਰੀਆਂ ਬਖਸ਼ਿਸ਼ਾਂ ਤੁਹਾਡੇ ਨਾਲ ਰਹਿ ਕੇ ਪਾਉਣਾ ਚਾਹੁੰਦਾ। ਗੁਰੂ ਸਾਹਿਬ ਮਿਹਰ ਕਿਰਪਾ ਕਰਨ। ਕਿਉਂਕਿ ਜਦੋਂ ਅਸੀਂ ਆਪਣੇ ਪਰਿਵਾਰ ਨੂੰ ਵੇਖਦੇ ਹਾਂ, ਬਜ਼ੁਰਗਾਂ ਨੂੰ ਵੇਖਦੇ ਹਾਂ, ਜਾਂ ਆਉਣ ਵਾਲੇ ਅੱਗੋਂ ਬੱਚਿਆਂ ਨੂੰ ਵੇਖਦੇ ਹਾਂ, ਤਾਂ ਫਿਰ ਬੜਾ ਮਨ ਨੂੰ ਦੁੱਖ ਲੱਗਦਾ ਹੈ ਕਿ ਬਜ਼ੁਰਗ ਕਿਹੜੇ ਰਾਹ ਤੁਰੇ ਸੀ ਤੇ ਬੱਚੇ ਕਿਹੜੇ ਰਾਹ ਤੁਰ ਪਏ। ਬਜ਼ੁਰਗਾਂ ਨੇ ਕਿੰਨੀ ਘਾਲਣਾ ਘਾਲੀ, ਕਿਵੇਂ ਗੁਰਸਿੱਖੀ ਨੂੰ ਸੰਭਾਲ ਕੇ ਰੱਖਿਆ, ਬਾਣੀ ਤੇ ਬਾਣੀ ਨੂੰ ਕਮਾਇਆ। ਅੱਗੋਂ ਜਦੋਂ ਆਉਣ ਵਾਲੀ ਪੀੜ੍ਹੀ ਵੇਖਦੇ ਹਾਂ ਉਹ ਫਿਰ ਇਸ ਰਾਹ ਤੋਂ ਮੁਨਕਰ ਹੁੰਦੀ ਨਜ਼ਰ ਆਉਂਦੀ ਹੈ। ਸਾਨੂੰ ਵੀ ਕਿਤੇ ਬੱਚਿਆਂ ਨੂੰ ਇਹ ਮਨ ਵਿੱਚ ਭਾਵਨਾ ਅੰਦਰ ਬਣ ਜਾਏ ਕਿ ਜਿਵੇਂ ਸਾਡੇ ਬਜ਼ੁਰਗਾਂ ਨੇ ਕਮਾਈ ਹੈ ਸਿੱਖੀ ਨੂੰ, ਅਸੀਂ ਵੀ ਉਵੇਂ ਹੀ ਉਹਨਾਂ ਦੀ ਜਗ੍ਹਾ ਤੇ ਕਮਾਉਣਾ ਚਾਹੁੰਦੇ ਹਾਂ।
ਪਰ ਕਮਾਉਣਾ ਨਹੀਂ ਚਾਹੁੰਦੇ, ਅਸੀਂ ਸਿਰਫ ਮਾਣ ਕਰਕੇ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਬਜ਼ੁਰਗ ਬੜੇ ਕਮਾਈ ਵਾਲੇ ਸਨ, ਉਹਨਾਂ ਨੇ ਬੜੀ ਕਮਾਈ ਕੀਤੀ, ਬੜਾ ਉਹਨਾਂ ਦਾ ਨਿਤਨੇਮ ਸੀ, ਬੜਾ ਉਹਨਾਂ ਦੀ ਗੁਰੂ ਘਰ ਦੀ ਹਾਜ਼ਰੀ ਸੀ, ਬੜੀ ਉਹ ਸੇਵਾ ਕਰਦੇ, ਅਸੀਂ ਉਹਦੇ ਮਾਣ ਨਾਲ ਕਹਿਣਾ ਚਾਹੁੰਦੇ ਹਾਂ, ਪਰ ਆਪ ਨਿਤਨੇਮ ਕਰਨਾ ਨਹੀਂ ਚਾਹੁੰਦੇ, ਆਪ ਅਸੀਂ ਗੁਰੂ ਘਰ ਵਿੱਚ ਆਉਣਾ ਨਹੀਂ ਚਾਹੁੰਦੇ, ਜੁੜਨਾ ਨਹੀਂ ਚਾਹੁੰਦੇ, ਸਿਰਫ ਮਾਣ ਨਾਲ ਬਜ਼ੁਰਗਾਂ ਦੇ ਬਾਰੇ ਦੱਸਣਾ ਚਾਹੁੰਦੇ ਹਾਂ। ਪਰ ਕਿੰਨਾ ਚੰਗਾ ਹੋਵੇ ਜੇ ਉਹਨਾਂ ਬਜ਼ੁਰਗਾਂ ਦੇ ਵਾਂਗ ਆਪਣਾ ਜੀਵਨ ਵੀ ਅਸੀਂ ਬਣਾ ਲਈਏ। ਇਹ ਨਹੀਂ ਆਖਿਆ ਵੀ ਮੇਰੇ ਪਿਤਾ ਜੀ ਤੁਹਾਡੇ ਨਾਲ ਰਬਾਬ ਲੈ ਕੇ ਚੱਲੇ ਆ ਤੇ ਮੈਂ ਨਹੀਂ ਇਸ ਪਾਸੇ ਤੁਰਨਾ, ਨਹੀਂ ਆਖਿਆ ਜੇ ਤੁਸੀਂ ਪਿਤਾ ਜੀ ਦੀਆਂ ਜ਼ਿੰਮੇਵਾਰੀਆਂ ਦੇਣ ਆਏ ਹੋ ਫਿਰ ਜੈਸੇ ਪਿਤਾ ਤੁਮਾਰੇ ਦੱਸੋ, ਜਿਸ ਤਰ੍ਹਾਂ ਮੇਰੇ ਪਿਤਾ ਜੀ ਤੁਹਾਡੇ ਚਰਨਾਂ ਦੇ ਸੇਵਕ ਰਹੇ ਆ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਜੀ ਰਬਾਬੀ ਬਣ ਕੇ ਰਹੇ ਆ, ਤੈਸੇ ਮੁਝ ਜਾਨੋ ਸੁਖ ਰਾਸੂ। ਇਹ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ, ਉਸੇ ਤਰ੍ਹਾਂ ਮੈਨੂੰ ਵੀ ਤੁਸੀਂ ਜਾਣਨਾ ਕਰੋ। ਤਬ ਪ੍ਰਭ ਚਲੇ ਸੰਗ ਲੈ ਤਾਹੀ। ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਸਪੁੱਤਰ ਪਾਸੋਂ ਇਹ ਬੋਲ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਮਾਰੇ ਕਹਿੰਦੇ ਚੱਲ ਫਿਰ ਸਾਡੇ ਨਾਲ। ਤੇ ਆਪ ਜੀ ਨੂੰ ਪਤਾ ਭਾਈ ਮਰਦਾਨਾ ਜੀ ਕੇਵਲ ਰਬਾਬ ਲੈ ਕੇ ਤੁਰੇ ਨਹੀਂ, ਜਦੋਂ ਕਿਸੇ ਭੁੱਲੇ ਹੋਏ ਨੂੰ ਕਟਕੇ ਨੂੰ ਸਿੱਧੇ ਮਾਰਗ ਤੇ ਪਾਉਣਾ ਹੁੰਦਾ ਸੀ ਤੇ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਭੁੱਖ ਲਵਾ ਦੇਣੀ ਜਾਂ ਪਿਆਸ ਲਵਾ ਦੇਣੀ ਤੇ ਉਹ ਚੱਲ ਕੇ ਉਸ ਪਾਸੇ ਜਾਣਾ ਜਿਹਦਾ ਉਦਾਰ ਹੁੰਦਾ ਸੀ। ਹੁਣ ਉਹੀ ਕਾਰਜ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਕਰਨਾ। ਸਤਿਗੁਰੂ ਮਹਾਰਾਜ ਜੀ ਤਬ ਪ੍ਰਭੂ ਚਲੇ ਸੰਗ ਲੈ ਤਾਹੀ, ਫਿਰ ਭਾਈ ਮਰਦਾਨਾ ਜੀ ਦੇ ਸਪੁੱਤਰ ਨੂੰ ਨਾਲ ਲੈ ਕੇ ਤੁਰ ਪਏ ਹਨ। ਪਹੁੰਚੇ ਨਗਰ ਤੁਲੰਬੇ ਮਾਹੀ। ਕਾਫੀ ਸਫ਼ਰ ਮਹਾਰਾਜ ਜੀ ਨੇ ਤੈਅ ਕੀਤਾ ਹੈ। ਸਫ਼ਰ ਤੈਅ ਕਰਦਿਆਂ ਕਰਦਿਆਂ ਤੁਲੰਬੇ ਪਹੁੰਚ ਗਏ ਨੇ। ਤੁਲੰਬਾ ਇਹ ਮੁਲਤਾਨ ਦੇ ਵਿੱਚ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਆ ਪਹੁੰਚੇ ਹਨ। ਰਹਿ ਤਹਾਂ ਇੱਕ ਸੱਜਣ ਬੱਚਕ। ਜਿੱਥੇ ਇੱਕ ਸੱਜਣ ਰਹਿੰਦਾ ਹੈ, ਨਾਮ ਸੱਜਣ ਹੈ ਪਰ ਹੈ ਬੰਚਕ, ਬੰਚਕ ਦਾ ਅਰਥ ਹੁੰਦਾ ਠੱਗ, ਨਾਮ ਸੱਜਣ ਹੈ ਪਰ ਹੈ ਠੱਗ। ਇਹ ਇਸ ਤੁਲੰਬੇ ਨਗਰ ਦੇ ਵਿੱਚ ਰਹਿੰਦਾ ਹੈ। ਭੇਖ ਵੈਸਨੋ ਤੇ ਅਨਾਰੰਜਕ। ਆਪਣਾ ਭੇਖ ਉਹਨੇ ਵੈਸ਼ਨੋ ਬਣਾਇਆ ਹੋਇਆ ਹੈ, ਬਾਹਰੋਂ ਆਪਣਾ ਭੇਖ ਉਹਨੇ ਬੜਾ ਚੰਗਾ ਧਰਮੀ ਬਣਾਇਆ ਹੋਇਆ ਹੈ, ਪਰ ਅੰਦਰ ਦਇਆ ਨਾ ਰੰਚਕ, ਅੰਦਰ ਕਹਿੰਦੇ ਨੇ ਰੰਚਕ ਮਾਤਕ ਵੀ ਦਇਆ ਨਹੀਂ ਹੈ। ਤੇ ਆਪ ਜੀ ਜਿਹੜੇ ਰੋਜ਼ਾਨਾ ਇਤਿਹਾਸ ਸੁਣਦੇ ਹੋ, ਬਾਣੀ ਪੜ੍ਹਦੇ ਹੋ, ਤੁਹਾਨੂੰ ਪਤਾ ਹੈ ਕਿ ਦਇਆ ਤੋਂ ਬਿਨਾਂ ਧਰਮੀ ਨਹੀਂ ਹੋ ਸਕਦਾ। ਬਾਹਰ ਦਾ ਪਹਿਰਾਵਾ ਅਸੀਂ ਧਰਮੀ ਪਹਿਨ ਲਈਏ, ਅੰਦਰ ਦਇਆ ਵਾਲਾ ਗੁਣ ਨਾ ਹੋਵੇ ਤੇ ਫਿਰ ਧਰਮੀ ਪਹਿਰਾਵਾ ਪਾਉਣ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ। ਧਰਮੀ ਉਹ ਹੁੰਦਾ ਜਿਹਦੇ ਅੰਦਰ ਦਇਆ ਵਾਲਾ ਗੁਣ ਹੋਵੇ, ਕਿਉਂਕਿ ਦਇਆ ਵਿੱਚੋਂ ਹੀ ਧਰਮ ਦਾ ਜਨਮ ਹੋਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ। ਸਾਨੂੰ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਿੰਨਾ ਸਮਾਂ ਹੋ ਗਿਆ ਤੇ ਸਾਹਿਬ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਇਹ ਧਰਮ ਦਇਆ ਦਾ ਪੂਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 5 ਪਿਆਰੇ ਸਾਜੇ ਆ ਤੇ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਨੂੰ ਰੱਖਿਆ, ਕਿਉਂਕਿ ਦਇਆ ਤੋਂ ਬਿਨਾਂ ਤੁਰਿਆ ਨਹੀਂ ਜਾਣਾ। ਫਿਰ ਮਹਾਰਾਜ ਨੇ ਭਾਈ ਧਰਮ ਸਿੰਘ ਨੂੰ ਰੱਖਿਆ ਕਿ ਜੇ ਦਇਆ ਆ ਗਈ ਤੇ ਹੁਣ ਧਰਮ ਵੀ ਆਏਗਾ। ਉਹ ਇੱਕ ਗੱਲ ਧਿਆਨ ਵਿੱਚ ਰੱਖਿਓ, ਕੇਵਲ 5 ਪਿਆਰੇ ਜਿਹੜੇ ਸਾਜੇ ਆ ਉਹ ਗੁਰੂ ਸਾਹਿਬ ਮਹਾਰਾਜ ਨੇ ਇੱਕ ਬੜੀ ਸੁੰਦਰ ਲੜੀ ਬਣਾਈ ਹੈ। ਪਰ ਜਦੋਂ ਅਨੰਦਪੁਰ ਸਾਹਿਬ ਤੋਂ ਤੁਰੇ ਨੇ ਮਹਾਰਾਜ ਤੇ ਫਿਰ ਨੰਦੇੜ ਦੀ ਧਰਤੀ ਹਜ਼ੂਰ ਸਾਹਿਬ, ਸਤਿਗੁਰੂ ਮਹਾਰਾਜ ਜੀ ਦੇ ਨਾਲ ਕੌਣ ਰਿਹਾ? ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਨੰਦੇੜ ਦਾ ਸਫ਼ਰ ਦੇਖ ਲਓ ਮਹਾਰਾਜ ਕਿੱਥੇ ਕਿੱਥੇ ਗਏ ਆ, ਕੀ ਕੁਝ ਵਾਪਰਿਆ ਹੈ, ਕਿੰਨਾ ਕੁਝ ਪਰਿਵਾਰ ਵਿਛੋੜਾ ਹੋਇਆ, ਪਰ ਸਤਿਗੁਰੂ ਨੇ ਦਇਆ ਤੇ ਧਰਮ ਇਹ ਆਪਣੇ ਕੋਲ ਰੱਖੇ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਮਹਾਰਾਜ ਜੀ ਦੇ ਨਾਲ ਰਿਹਾ, ਕਿਉਂਕਿ ਦਇਆ ਔਰ ਧਰਮ ਵਾਲਾ ਗੁਣ ਹੋਣਾ ਸਾਡੇ ਵਿੱਚ ਬਹੁਤ ਜ਼ਰੂਰੀ ਹੈ। ਤੇ ਜੇ ਅਸੀਂ ਧਰਮ ਦਾ ਪਹਿਰਾਵਾ ਪਾ ਕੇ ਧਰਮੀ ਹੋ ਗਏ, ਅੰਦਰ ਸਾਡੇ ਦਇਆ ਵਾਲਾ ਗੁਣ ਨਾ ਆਇਆ ਤੇ ਅਸੀਂ ਇਹ ਪਖੰਡੀ ਆਖਾਵਾਂਗੇ ਵੀ ਇਹ ਪਖੰਡੀ ਹੈ, ਕਿਉਂਕਿ ਇਹਦੇ ਅੰਦਰ ਦਇਆ ਵਾਲਾ ਗੁਣ ਨਹੀਂ ਤੇ ਬਾਹਰੋਂ ਧਰਮੀ ਬਣਿਆ ਕਰਦਾ। ਹੁਣ ਇੱਥੇ ਗੁਰੂ ਸਾਹਿਬ ਜਿਹੜੇ ਤੁਲੰਬੇ ਨਗਰ ਵਿੱਚ ਪਹੁੰਚੇ ਆ, ਉੱਥੇ ਇੱਕ ਸੱਜਣ ਹੈ ਜਿਹਨੇ ਭੇਖ ਵੈਸ਼ਨੋ ਵਾਲਾ ਬਣਾਇਆ ਪਰ ਦਇਆ ਨਾ ਰੰਚਕ, ਉਹਦੇ ਰੰਚਕ ਮਾਤਰ ਰੱਤੀ ਭਰਦੀ ਉਹਦੇ ਅੰਦਰ ਦਇਆ ਨਹੀਂ ਹੈ। ਬਹੁ ਮੋਲੇ ਤਨ ਚੀਰ ਹੰਡਾਈ। ਬੜੇ ਮਹਿੰਗੇ ਬੜੇ ਮੁੱਲ ਦੇ ਵਸਤਰ ਤਨ ਤੇ ਪਾਉਂਦਾ ਹੈ। ਪੂਰ ਡਿਗ ਬੈਠ ਗਏ ਜਗ ਸਾਈ। ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਤੁਲੰਬੇ ਨਗਰ ਦੇ ਕੋਲ ਆ ਕੇ ਇੱਕ ਥਾਂ ਬੈਠ ਗਏ ਹਨ। ਸ਼ਹਿਜ਼ਾਦਾ ਰੇ ਆਇਸਪੁਰ ਮੈਂ। ਸ਼ਹਿਜ਼ਾਦਾ ਭਾਈ ਮਰਦਾਨਾ ਜੀ ਦੇ ਪੁੱਤਰ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਲੈਂਦੇ ਹਨ। ਹਮਨਿਓ ਲਾਗੀ ਜੁਦਾ ਤੁਰ ਮੈਂ। ਹੁਣ ਦੇਖੋ ਜਗ੍ਹਾ ਲਈ ਹੈ ਨਾ, ਭਾਈ ਮਰਦਾਨਾ ਜੀ ਦੀ ਜਗ੍ਹਾ ਤੇ ਆਏ ਆ ਤੇ ਫਿਰ ਜੋ ਭਾਈ ਮਰਦਾਨਾ ਜੀ ਨੇ ਕੀਤਾ ਉਹੀ ਸ਼ਹਿਜ਼ਾਦਾ ਜੀ ਨੇ ਕਰਨਾ। ਉਸੇ ਤਰ੍ਹਾਂ ਭੁੱਖ ਲੱਗੀ, ਆਖਿਆ ਮਹਾਰਾਜ ਜੀ ਛੁਦਾ ਉਧਰ ਮੈਂ ਪੇਟ ਵਿੱਚ ਬੜੀ ਭੁੱਖ ਲੱਗੀ ਆ, ਕਿੰਨਾ ਸਮਾਂ ਤੁਹਾਡੇ ਨਾਲ ਤੁਰਦਿਆਂ ਹੋ ਗਿਆ, ਚਲਦਿਆਂ ਹੋ ਗਿਆ, ਆ ਹੁਣ ਜਿੱਤ ਨਗਰ ਆਇਆ ਤੇ ਇੱਥੇ ਆ ਕੇ ਤੁਸੀਂ ਵਿਰਾਜਮਾਨ ਹੋਏ ਹੋ। ਤੇ ਜੇ ਵਿਰਾਜਮਾਨ ਹੋਇਆ ਤੇ ਉਹਦੇ ਪਿੱਛੇ ਵੀ ਇੱਕ ਮਕਸਦ ਹੈ, ਉਹਦਾ ਕਾਰਨ ਹੈ। ਉਸੇ ਵੇਲੇ ਆਖਿਆ ਮਹਾਰਾਜ ਜੀ ਭੁੱਖ ਬੜੀ ਲੱਗੀ, ਆਗਿਆ ਦਿਓ ਤੇ ਇਸ ਨਗਰ ਵਿੱਚ ਜਾ ਕੇ ਮੈਂ ਭੋਜਨ ਦਾ ਪ੍ਰਬੰਧ ਕਰਾਵਾਂ। ਜਾਏ ਤਹਾਂ ਧਰਮਸ਼ਾਲਾ ਦੇਖੀ। ਉਹਨੇ ਸ਼ਹਿਜ਼ਾਦਾ ਜਦੋਂ ਇਸ ਨਗਰ ਦੇ ਅੰਦਰ ਪ੍ਰਵੇਸ਼ ਕੀਤਾ, ਚਲਦੇ ਚਲਦੇ ਇੱਕ ਧਰਮਸ਼ਾਲਾ ਜਿਹੜੀ ਹੈ ਉਹ ਦੇਖੀ ਹੈ। ਸੱਜਣ ਜਿਸ ਮੈਂ ਅਗੀ ਵੀ ਸੇਖੀ। ਜਿਹਦੇ ਅੰਦਰ ਸੱਜਣ ਬੈਠਾ ਹੈ। ਅਗੀ ਦਾ ਅਰਥ ਹੁੰਦਾ ਪਾਪੀ, ਅਗ ਇੱਕ ਅੱਗਾ ਘਰ ਵਾਲਾ, ਕਹਿੰਦੇ ਅਗ ਦਾ ਅਰਥ ਹੁੰਦਾ ਪਾਪ, ਅਗੀ ਦਾ ਅਰਥ ਹੁੰਦਾ ਪਾਪੀ। ਜਿਹੜਾ ਧਰਮਸ਼ਾਲਾ ਦੇ ਵਿੱਚ ਇਹ ਸੱਜਣ ਨਾਮ ਦਾ ਪਾਪੀ ਬੈਠਾ ਹੈ। ਨਿੱਕੀ ਬਿਤੀ ਸੋ ਕੀ ਨਾ ਦੁਆਏ। ਕਹਿੰਦੇ ਨੇ ਇਹ ਭਾਈ ਮਰਦਾਨਾ ਜੀ ਦੇ ਸਪੁੱਤਰ ਇਹਦੇ ਕੋਲ ਜਾਂਦੇ ਹਨ। ਸ਼ਹਿਜ਼ਾਦਾ ਬੈਠਿਓ ਡਿਗ ਜਾਏ। ਇਹ ਸੱਜਣ ਨੂੰ ਧਰਮੀ ਸਮਝ ਕੇ, ਕਿਉਂਕਿ ਪਹਿਰਾਵਾ ਇਹਦਾ ਧਰਮੀ ਸੀ ਤੇ ਧਰਮੀ ਸਮਝ ਕੇ ਕਹਿੰਦੇ ਇਹ ਕੋਲ ਜਾ ਕੇ ਬੈਠ ਗਿਆ। ਸਾਦਰ ਸੋ ਸੱਜਣ ਬਚ ਗਈ। ਔਰ ਬੜੇ ਸਾਦਰ ਦਾ ਅਰਥ ਹੁੰਦਾ ਆਦਰ ਨਾਲ, ਮਾਣ ਨਾਲ, ਹੱਥ ਜੋੜ ਕੇ ਬੜੇ ਪਿਆਰ ਨਾਲ ਆਖਣਾ ਕੀਤਾ। ਆਹੋ ਭਾਈ ਕਹਤੇ ਰਹੀ। ਹੁਣ ਦੇਖੋ ਜਿਹੜੇ ਅੰਦਰ ਦਇਆ ਵਾਲਾ ਗੁਣ ਨਹੀਂ ਪਰ ਬਾਹਰੋਂ ਸੱਜਣ ਬਣ ਕੇ ਬੈਠਾ ਹੈ, ਉਹ ਕੀ ਕਰਦਾ ਹੈ? ਉਹ ਦੂਜਿਆਂ ਨੂੰ ਧਰਮ ਦਾ ਪਹਿਰਾਵਾ ਤੇ ਮਿੱਠੇ ਬੋਲ ਬੋਲ ਕੇ ਠੱਗ ਲੈਂਦਾ ਹੈ, ਉਹ ਲੁੱਟ ਲੈਂਦਾ। ਇਹਨੂੰ ਸੱਜਣ ਠੱਗ ਨਹੀਂ ਕਹਿੰਦੇ ਆ, ਇਹ ਹੈ ਤਾਂ ਸੱਜਣ ਹੈ ਪਰ ਕੰਮ ਇਹਦੇ ਠੱਗਾਂ ਵਾਲੇ ਨੇ। ਹੁਣ ਇਹਨੇ ਬੜੇ ਪਿਆਰ ਦੇ ਜਦੋਂ ਆ ਕੇ ਕੋਲ ਬੈਠ ਗਿਆ ਨਾ, ਇਹਨੇ ਬੜੇ ਪਿਆਰ ਦੇ ਨਾਲ ਮਿੱਠੇ ਬੋਲ ਬੋਲਦਿਆਂ ਆਖਿਆ ਹੈ, ਉਹ ਹੈ ਤੇਰੋ ਵਰਣ ਬਤਾਵੋ। ਕਹਿੰਦੇ ਤੂੰ ਕਿੱਥੋਂ ਆਇਆ ਹੈ, ਤੂੰ ਕੌਣ ਹੈ, ਤੇਰੀ ਜਾਤ ਕੀ ਹੈ, ਕਿਤੇ ਆਇਓ ਕਿਤ ਕੋ ਜਾਵੋ। ਕਿਹੜੇ ਪਾਸਿਓਂ ਤੂੰ ਆ ਰਿਹਾ ਔਰ ਕਿਹੜੇ ਪਾਸੇ ਨੂੰ ਤੂੰ ਜਾਣਾ ਹੈ। ਜਾਤ ਮਿਰਾਸੀ ਜਾਨੋ ਮੇਰੀ। ਅਗੋਂ ਫਿਰ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਬੋਲਿਆ, ਕਹਿਣ ਲੱਗੇ ਵੀ ਮੈਨੂੰ ਮਿਰਾਸੀ ਕਹਿੰਦੇ ਹਨ ਸਦਨ ਹਮਾਰੇ ਦੂਰ ਗਨੇਰੀ। ਔਰ ਸਾਡਾ ਘਰ ਇੱਥੋਂ ਦੀ ਬਹੁਤ ਦੂਰ ਹੈ। ਜਾਓ ਅਗਾਈ ਕਾਰਜ ਕੋਈ। ਅੱਗੇ ਨੂੰ ਚੱਲੇ ਹਾਂ, ਜਿਹਦੇ ਨਾਲ ਮੈਂ ਆਇਆ ਉਹਨਾਂ ਦੇ ਨਾਲ ਬੜੇ ਕਾਰਜ ਹਜੇ ਅੱਗੇ ਸਵਾਰਨੇ ਹਨ। ਤੁਮ ਡਿਗ ਆਇਓ ਜੁਦਾ ਜੇ ਹੋਈ। ਪਰ ਤੁਹਾਡੇ ਕੋਲ ਆਉਣ ਦਾ ਮੇਰਾ ਮਕਸਦ ਇਹ ਹੈ ਵੀ ਛੁਦਾ ਬਹੁਤ ਹੈ, ਭੁੱਖ ਬੜੀ ਲੱਗੀ ਹੈ। ਤੇ ਇੱਥੇ ਲਿਖਿਆ ਹੋਇਆ ਧਰਮਸਾਲ ਭਾਵ ਇੱਥੇ ਧਰਮ ਦੀ ਗੱਲ ਹੁੰਦੀ ਹੈ। ਇੱਥੇ ਆ ਕੇ ਲੋੜਵੰਦ ਦੀ ਲੋੜ ਪੂਰੀ ਹੁੰਦੀ ਹੈ, ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਹੁੰਦੀ ਹੈ। ਇੱਥੇ ਭੁੱਖੇ ਨੂੰ ਭੋਜਨ ਮਿਲਦਾ ਹੈ। ਇੱਥੇ ਥਕਾਵਟ ਜਿਹਨੂੰ ਹੋਈ ਹੋਵੇ ਉਹਨੂੰ ਰਹਿਣ ਵਾਸਤੇ ਆਰਾਮ ਲਈ ਥਾਂ ਮਿਲਦੀ ਹੈ। ਇਸ ਲਈ ਮੈਂ ਤੁਹਾਡੇ ਕੋਲ ਆਇਆ ਹਾਂ। ਸੱਜਣ ਕਹੇ ਆਹਾਰ ਕਨੇਰਾ। ਸੱਜਣ ਬੜਾ ਖੁਸ਼ ਹੋਇਆ ਵੀ ਇੱਕ ਬਾਹਰੋਂ ਆਇਆ ਹੋਇਆ ਇੱਕ ਨਵਾਂ ਇਹ ਪ੍ਰਾਣੀ ਹੈ ਜਿਹਨੂੰ ਸਾਡੇ ਨਗਰ ਦਾ ਪਤਾ ਨਹੀਂ,
ਬੜੀ ਦੂਰੋਂ ਆਇਆ ਹੋਇਆ ਤੇ ਜਾਂ ਕਹਿ ਲਓ ਕਿ ਇਹਦੇ ਵਾਸਤੇ ਤਾਂ ਇੱਕ ਸ਼ਿਕਾਰ ਆ ਗਿਆ, ਇਹ ਸ਼ਿਕਾਰੀ ਹੈ ਜਿਹੜਾ ਸ਼ਿਕਾਰ ਕਰਨ ਵਾਸਤੇ ਬੈਠਾ ਹੈ। ਕਹਿੰਦੇ ਉਸੇ ਵੇਲੇ ਉਹਨੇ ਬੜੇ ਪਿਆਰ ਨਾਲ ਆਖਿਆ ਕਿ ਤੂੰ ਚਿੰਤਾ ਨਾ ਕਰ, ਆਹਾਰ ਕਨੇਰਾ, ਇੱਥੇ ਭੋਜਨ ਬਹੁਤ ਹੈ, ਭੋਜਨ ਦੀ ਇੱਥੇ ਕਮੀ ਨਹੀਂ ਹੈ। ਉਹ ਜਜਮਾਨ ਵਡਾਊ ਤੇਰਾ ਪਰ ਤੂੰ ਇਹ ਦੱਸ ਵੀ ਤੂੰ ਗੱਲਾਂ ਆਇਆ ਕਿ ਤੇਰਾ ਜਜਮਾਨ ਕੋਈ ਵੱਡਾ ਵੀ ਹੈ ਜਾਂ ਤੇਰੇ ਤੋਂ ਵੀ ਕੋਈ ਵੱਡਾ ਤੇਰੇ ਨਾਲ ਹੈ? ਜਾਕੋ ਹੈ ਮਿਰਾਸੀ ਐਸੋ ਜਿਹਦਾ ਤੂੰ ਮਰਾਸੀ, ਜਿਹਦਾ ਤੂੰ ਦਾਸ ਹੈ, ਸੇਵਕ ਹੈ, ਤੇਰੇ ਤੋਂ ਵੱਡਾ ਵੀ ਕੋਈ ਹੈ ਤੇਰੇ ਨਾਲ ਜਿਹੜਾ ਆਇਆ ਹੋਵੇ? ਮੁਝਤੇ ਵੱਡਾ ਕੇ ਲਗਦਾ ਹੋਤਾ ਉਹ ਸੋ ਕਿੰਨਾ ਕੁ ਵੱਡਾ ਹੈ ਜਿਹਦੇ ਨਾਲ ਤੂੰ ਆਇਆ, ਜਿਹਦਾ ਤੂੰ ਸੇਵਕ ਬਣ ਕੇ ਆਇਆ, ਉਹ ਕਿੰਨੀ ਕੁ ਵੱਡੀ ਅਵਸਥਾ ਦਾ ਮਾਲਕ ਹੈ ਕਿ ਮੇਰੇ ਤੋਂ ਵੀ ਵੱਡਾ ਹੈ, ਮੇਰੇ ਨਾਲੋਂ ਵੀ ਤੈਨੂੰ ਉਹ ਜ਼ਿਆਦਾ ਵੱਡਾ ਲੱਗਦਾ ਹੈ। ਸਹਿਜਾਦੇ ਸੁਣ ਬਜਣ ਬਖਾਨਾ ਭਾਈ ਮਰਦਾਨਾ ਜੀ ਦੇ ਪੁੱਤਰ ਸਹਿਜਾਦੇ ਨੇ ਇਹ ਸੁਣ ਕੇ ਫਿਰ ਅੱਗੋਂ ਆਖਣਾ ਕੀਤਾ, ਹਮ ਤੁਮ ਤੇ ਮਮ ਕਟੂ ਮਹਾਨਾ ਕਹਿ ਲਗੇ ਹਮ ਤੁਮ ਮੇਰੇ ਔਰ ਤੇਰੇ ਨਾਲੋਂ ਤੇ ਉਹ ਕਈ ਗੁਣਾ ਵੱਡੇ ਨੇ, ਉਹਨਾਂ ਦੀ ਬਰਾਬਰੀ ਕੌਣ ਕਰ ਲੇਗਾ? ਉਹ ਤੇ ਪ੍ਰਭੂ ਸਮਾਨਾ ਆਪ ਪਰਮੇਸ਼ਵਰ ਹਨ। ਜੋ ਜਜ ਹੈ ਪੁਰ ਹੈ ਤੇ ਕਮਾ ਜੋ ਉਹਨਾਂ ਕੋਲ ਜਾਚਨਾ ਕਰਦਾ ਹੈ, ਜੋ ਵੀ ਉਹਨਾਂ ਕੋਲ ਮੰਗਦਾ ਹੈ, ਉਹਦੇ ਮਨ ਦੀ ਆਸ ਇੱਛਾ ਪੂਰੀ ਹੋ ਜਾਂਦੀ ਹੈ। ਛਤਰੀ ਕੁਲ ਸ਼੍ਰੀ ਨਾਨਕ ਨਾਮਾ ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਉਹਨਾਂ ਨੂੰ ਨਾਨਕ ਤਪਾ ਜੀ ਕਹਿੰਦੇ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਉਹ ਸਾਰਿਆਂ ਤੋਂ ਉੱਚੀ ਅਵਸਥਾ ਦੇ ਮਾਲਕ ਨੇ, ਨਾਨਕ ਤਪਾ ਜੀ ਉਹਨਾਂ ਦਾ ਨਾਮ ਹੈ। ਸੱਜਣ ਆਪਣੇ ਨਾਲ ਸੋ ਗਈ ਕਹਿੰਦੇ ਉਸੇ ਵੇਲੇ ਸੱਜਣ ਨੇ ਜਦੋਂ ਇਹ ਭਾਈ ਮਰਦਾਨਾ ਜੀ ਦੇ ਪੁੱਤਰ ਕੋਲੋਂ ਇਹ ਬੋਲ ਸੁਣੇ, ਉਸੇ ਵੇਲੇ ਆਪਣੇ ਬੰਦੇ ਨੂੰ ਆਖਿਆ, ਵਡ ਪ੍ਰਭ ਕੋਸੋ ਮਿਰਾਸੀ ਆਈ ਕਹਿੰਦੇ ਬੜੇ ਵੱਡੇ ਉੱਚੀ ਅਵਸਥਾ ਦੇ ਮਾਲਕ ਦਾ ਇਹ ਸੇਵਕ ਹੈ, ਇਹ ਕਹਿੰਦਾ ਮੇਰਾ ਮਾਲਕ ਬੜਾ ਹੀ ਵੱਡਾ ਹੈ, ਬੜਾ ਹੀ ਉੱਚਾ ਹੈ, ਉਹਦੀ ਬਰਾਬਰੀ ਕੋਈ ਵੀ ਨਹੀਂ ਕਰ, ਉਹ ਸਾਡੇ ਤੋਂ ਵੀ ਵੱਡਾ, ਇਹ ਕਹਿ ਰਿਹਾ ਉਹ ਸਾਡੇ ਤੋਂ ਵੀ ਵੱਡਾ। ਉਸੇ ਵੇਲੇ ਕਹਿੰਦੇ ਸੱਜਣ ਨੇ ਆਪਣੇ ਸੇਵਕ ਨੂੰ ਕਹਿਣਾ ਕੀਤਾ, ਸੇਵਾ ਕੀਜੈ ਅਧਿਕ ਬਣਾਈ ਕਹਿੰਦੇ ਇਹਨੂੰ ਅੰਦਰ ਲੈ ਜਾਓ, ਅੰਦਰ ਲਿਜਾ ਕੇ ਇਹਦੀ ਚੰਗੀ ਖਾਤਰਦਾਰੀ ਕਰੋ, ਇਹਦੀ ਸੇਵਾ ਕਰੋ, ਜਿਸ ਪ੍ਰਕਾਰ ਇਹ ਹੋਇਆ ਖਾਈ ਜਿਹਦੇ ਕਰਕੇ ਇਹ ਅੱਤ ਦਾ ਪ੍ਰਸੰਨ ਹੋ ਜਾਏ, ਭਾਵ ਇਹ ਬਾਹਰ ਜਾਏ ਹੀ ਨਾ, ਇਹਨੂੰ ਅੰਦਰ ਲੈ ਜਾਵੋ। ਤੈ ਚਿਨ ਇੱਕ ਨਾਲ ਆਇਓ ਬੁਲਾਵਣਾ ਕਹਿੰਦੇ ਉਸੇ ਵੇਲੇ ਫਿਰ ਇੱਕ ਨਰ ਇੱਕ ਪ੍ਰਾਣੀ ਹੋਰ ਬੁਲਾਇਆ ਹੈ, ਚਲੋ ਮਿਰਾਸੀ ਭੋਜਨ ਖਾਵਣਾ ਉਹਨੂੰ ਆਖਿਆ ਵੀ ਇਹਨੂੰ ਭੋਜਨ ਜਿਹੜਾ ਅੰਦਰ ਬਣਿਆ ਤਿਆਰ ਹੈ, ਇਹਨੂੰ ਲੈ ਕੇ ਜਾ ਤੇ ਇਹਨੂੰ ਖਵਾ। ਉਹ ਆਇਆ ਆ ਕੇ ਕਹਿੰਦਾ ਵੀ ਚਲੋ ਭੋਜਨ ਖਾਵਣ, ਭੋਜਨ ਖਾਣ ਵਾਸਤੇ ਅੰਦਰ ਜਾਣਾ ਪਏਗਾ ਤੇ ਬਹੁਤ ਤੁਹਾਨੂੰ ਭੋਜਨ ਖਾਣ ਵਾਸਤੇ ਮਿਲੇਗਾ। ਅੰਤਰ ਸਦਨ ਤਾਹੇ ਲੈ ਗਏ ਇਹ ਫਿਰ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਕਹਿੰਦੇ ਨੇ ਸੱਜਣ ਨੇ ਆਪਣੇ ਅੱਗੋਂ ਸੇਵਕ ਨੂੰ ਕਿਹਾ, ਉਹ ਫਿਰ ਬੜੇ ਪਿਆਰ ਨਾਲ ਹੱਥ ਜੋੜ ਕੇ ਅੰਦਰ ਲੈ ਗਿਆ। ਕਰੈ ਮਾਨਵ ਤੈ ਇਕੱਠਾ ਭਏ ਤ੍ਰੈ ਮਾਨਵ, ਤ੍ਰੈ ਦਾ ਮਤਲਬ ਤਿੰਨ, ਪਹਿਲਾਂ ਇੱਕ ਅੰਦਰੋਂ ਬਾਹਰੋਂ ਲੈ ਕੇ ਆਇਆ ਹੱਥ ਜੋੜ ਕੇ, ਅੰਦਰ ਜਾਂਦਿਆਂ ਤਿੰਨ ਬੰਦੇ ਇਕੱਠੇ ਹੋ ਗਏ। ਕਹਿ ਤੇ ਜਾਦੇ ਕੇ ਤਬੈ ਮੁਸ਼ਕੈ ਉਸ ਵੇਲੇ ਕੀ ਹੋਇਆ? ਹੁਣ ਦੇਖੋ ਸੇਵਾ ਦੇ ਦੋ ਅਰਥ ਹੁੰਦੇ ਆ, ਇੱਕ ਤਾਂ ਹੁੰਦਾ ਵੀ ਖਾਤਰਦਾਰੀ ਕਰਨੀ, ਜਲ ਪਾਣੀ ਛਕਾਉਣਾ, ਇੱਕ ਅਸੀਂ ਅਰਥ ਦੂਜਾ ਵੀ ਕਰ ਦਿੰਦੇ ਆ ਵੀ ਉਹਨੂੰ ਜਿਹੜਾ ਉਹਦੇ ਤੇ ਸਖਤਾਈ ਕਰ ਦੇਣੀ, ਉਹਦੇ ਤੇ ਜਿਹੜਾ ਉਹ ਆਪਣਾ ਜਿਹੜਾ ਹੁਕਮ ਕਰੜਾ ਹੁਕਮ ਉਹਦੇ ਉੱਤੇ ਵਰਤਾ ਦੇਣਾ। ਹੁਣ ਇਹਨੇ ਸੋਚਿਆ ਵੀ ਸੇਵਾ ਬੜੀ ਕਰਨਗੇ, ਮਿੱਠਾ ਬੋਲ ਬੜਾ ਬੋਲਦੇ ਨੇ ਤੇ ਭੋਜਨ ਵੀ ਬੜਾ ਸਵਾਦਲਾ ਖਵਾਉਣਗੇ, ਦੇਖਣ ਨੂੰ ਤਾਂ ਚੰਗੇ ਲੱਗਦੇ ਨੇ। ਪਰ ਹੋਇਆ ਕਿ ਜਦੋਂ ਹੀ ਸਹਿਜਾਦਾ ਅੰਦਰ ਗਿਆ ਤੇ ਤਿੰਨ ਜਣਿਆਂ ਨੇ ਪਕੜ ਲਿਆ, ਤੇ ਜਦੋਂ ਇਹਨੂੰ ਪਕੜ ਲਿਆ ਗਹਿ ਦਾ ਹੁੰਦਾ ਪਕੜਨਾ, ਗਹਿ ਸਹਿਜਾਦੇ ਕੋ ਤਬੈ ਮੁਸ਼ਕਾਂ ਲਈ ਚੜਾਏ, ਮੁਸ਼ਕਾਂ ਨੇ ਬਾਹਾਂ ਜਿਹੜੀਆਂ ਸੀ ਇਹਦੀਆਂ ਦੋਵੇਂ ਬੰਨ ਲਈਆਂ ਹਨ। ਆਹੋ ਮੋਲੇ ਤਨ ਚੀਰ ਦੇ ਸਭ ਖਸ਼ਟੋ ਦੁਖਦਾਏ ਹੁਣ ਵਸਤਰ ਬੜੇ ਸੋਹਣੇ ਜਿਹੜੇ ਇਹਨੇ ਪਾਏ ਹੋਏ ਸਨ। ਉਸੇ ਵੇਲੇ ਕਹਿੰਦੇ ਇਹਨੂੰ ਆਖਿਆ ਵੀ ਤੂੰ ਲੱਗਦਾ ਤੇ ਬਹੁਤ ਵੱਡਾ, ਤੇਰਾ ਮਾਲਕ ਵੀ ਬੜਾ ਵੱਡਾ ਹੋਵੇਗਾ, ਤੈਨੂੰ ਵੇਖ ਕੇ ਤੇ ਸਾਨੂੰ ਯਕੀਨ ਹੈ ਕਿ ਤੇਰਾ ਮਾਲਕ ਵਾਕਈ ਬੜਾ ਵੱਡਾ ਹੋਵੇਗਾ। ਉਸੇ ਵੇਲੇ ਇਹਦੀਆਂ ਬਾਹਾਂ ਉੱਤੇ ਬੰਨ ਲਈਆਂ। ਬਹਰੋ ਦੇ ਸਾਧਨਾ ਕਹੀ ਫਿਰ ਕਹਿੰਦੇ ਬਹਰੋ ਦਾ ਅਰਥ ਹੈ ਬਾਅਦ ਵਿੱਚ ਸ਼ਾਸਨਾ ਦਾ ਅਰਥ ਹੈ, ਇਹਦੇ ਤੇ ਕਰੜਾ ਹੁਕਮ ਜਾਰੀ ਜਿਹੜਾ ਕਰ ਦਿੱਤਾ। ਤੁਮੜੀ ਕਾ ਔਰ ਬਤ ਜੋ ਅਹੀ ਉਹਨੂੰ ਆਖਦੇ ਆ ਵੀ ਕੱਢ ਤੇਰੇ ਕੋਲ ਕੀ ਆ ਦੱਸ, ਜੋ ਵੀ ਤੇਰੇ ਕੋਲ ਸਾਜੋ ਸਮਾਨ ਹੈ ਉਹ ਕੱਢ ਕੇ ਸਾਨੂੰ ਇੱਥੇ ਦੇ ਦੇ, ਜਾਂ ਸਾਨੂੰ ਜੋ ਵੀ ਤੇਰੇ ਕੋਲ ਹੈ ਉਹ ਦੱਸ, ਅਸੀਂ ਤੈਨੂੰ ਇੱਥੋਂ ਜਾਣ ਨਹੀਂ ਦੇਣਾ। ਸੋ ਅਬ ਦੀਜੈ ਸਰਬ ਬਤਾਏ ਜਾਂ ਬਾਹਰ ਤੇਰੇ ਕੋਲ ਕਿੰਨਾ ਕੁ ਖਜ਼ਾਨਾ ਪਿਆ, ਤੇਰੇ ਮਾਲਕ ਕੋਲ ਕਿੰਨਾ ਕੁ ਖਜ਼ਾਨਾ ਹੈ, ਸੱਚੋ ਸੱਚ ਦੱਸ। ਸੋ ਅਬ ਦੀਜੈ ਸਰਬ ਬਤਾਏ, ਜੇ ਤੂੰ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤੇ ਫਿਰ ਸਾਰਾ ਦੱਸ ਤੇਰੇ ਕੋਲ ਕੀ ਕੀ ਸਾਜੋ ਸਮਾਨ ਹੈ। ਨਾ ਤੁਰ ਤੁਝ ਮਾਰੇ ਤੇ ਥਾਏ ਜੇ ਤੂੰ ਨਹੀਂ ਦੱਸੇਗਾ ਨਹੀਂ ਤਾਂ ਫਿਰ ਇੱਥੇ ਹੀ ਤੈਨੂੰ ਇਸੇ ਥਾਂ ਮਾਰ ਦਿੱਤਾ ਜਾਏਗਾ। ਤੂੰ ਸੱਚੋ ਸੱਚ ਦੱਸ ਤੇਰੇ ਕੋਲ ਕੀ ਕੀ ਹੈ। ਪੀੜ ਭਈ ਤੇ ਜਾਦੇ ਜਬਈ ਉਹਨਾਂ ਨੇ ਜਦੋਂ ਸਖਤੀ ਕੀਤੀ ਤੇ ਭਾਈ ਜਿਹੜਾ ਇਹ ਸਹਿਜਾਦਾ ਭਾਈ ਮਰਦਾਨਾ ਜੀ ਦੇ ਜਿਹੜੇ ਸੁਪੁੱਤਰ ਨੇ, ਕਹਿੰਦੇ ਨੇ ਇਹਨਾਂ ਨੂੰ ਉਸ ਵੇਲੇ ਜਦੋਂ ਪੀੜਾ ਮਹਿਸੂਸ ਹੋਈ ਹੈ, ਸ਼੍ਰੀ ਨਾਨਕ ਚਿਤ ਕੀਨੇ ਤਬਈ ਉਸੇ ਵੇਲੇ ਫਿਰ ਧਿਆਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਧਰਿਆ ਹੈ। ਹਾਲਾਂਕਿ ਗੁਰੂ ਸਾਹਿਬ ਨੇ ਆਪ ਹੀ ਇਸੇ ਲਈ ਭੇਜਿਆ ਕਿਉਂਕਿ ਭੁੱਲੇ ਨੂੰ ਭਟਕੇ ਨੂੰ ਸਿੱਧੇ ਮਾਰਗ ਤੇ ਪਾਉਣਾ ਤੇ ਪਾਉਣ ਵਾਸਤੇ ਮਾਰੇ ਨੇ ਇਹ ਖੇਡ ਵਰਤਾਈ ਹੈ। ਜਦੋਂ ਕਹਿੰਦੇ ਪੀੜ ਭਈ ਸਹਿਜਾਦੇ ਜਬਹੀ ਸ਼੍ਰੀ ਨਾਨਕ ਚਿਤ ਕੀਨੋ ਤਬਹੀ, ਉਸੇ ਵੇਲੇ ਚਿੱਤ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕੀਤਾ। ਭਲੇ ਤਪਾ ਜੀ ਮੋਕੋ ਭੇਜਾ ਕਹਿੰਦੇ ਭਲੇ ਤਪਾ ਜੀ, ਚੰਗਾ ਤਪਾ ਜੀ, ਗੁਰੂ ਨਾਨਕ ਸਾਹਿਬ ਜੀ ਚੰਗਾ ਤੁਸੀਂ ਮੈਨੂੰ ਇਸ ਪਾਸੇ ਨੂੰ ਭੇਜਣਾ ਕੀਤਾ। ਬਹੁਤ ਬੜੋ ਦੁਖ ਬਤਤ ਕਰੇ ਜਾ ਮੈਂ ਤਾਂ ਆਪਣੇ ਪੇਟ ਦੀ ਭੁੱਖ ਮਿਟਾਉਣ ਆਇਆ ਸਾਂ ਤੇ ਇਹ ਵੀ ਮੈਨੂੰ ਬੜੇ ਪਿਆਰ ਦੇ ਨਾਲ ਅੰਦਰ ਲੈ ਕੇ ਆਏ, ਜਿਵੇਂ ਬੜੇ ਪਿਆਰ ਨਾਲ ਕੋਲ ਬਿਠਾ ਕੇ ਪ੍ਰਸ਼ਾਦਾ ਛਕਾਉਣਾ ਹੋਵੇ ਭੋਜਨ, ਪਰ ਇਹਨਾਂ ਨੇ ਤਾਂ ਮੈਨੂੰ ਦੁੱਖ ਦੇਣਾ ਸ਼ੁਰੂ ਕੀਤਾ ਹੈ। ਭੁਲਿਓ ਹਿਰਦੇ ਵੈਸ਼ਨੋ ਦੇਖਾ ਮੈਂ ਵੀ ਭੁੱਲ ਗਿਆ ਇਹਨਾਂ ਦਾ ਬਾਹਰ ਦਾ ਪਹਿਰਾਵਾ ਵੇਖ ਕੇ, ਇਹਨਾਂ ਦੇ ਧਰਮੀ ਹੋਣ ਦਾ ਬਾਹਰ ਦਾ ਅਡੰਬਰ ਜਿਹੜਾ ਰਚਿਆ ਹੈ ਉਹਨੂੰ ਦੇਖ ਕੇ ਮੈਂ ਵੀ ਭੁਲੇਖਾ ਖਾ ਗਿਆ। ਅੱਜ ਵੀ ਅਸੀਂ ਭੁਲੇਖਾ ਖਾ ਜਾਂਦੇ ਹਾਂ। ਬਹੁਤ ਐਸੇ ਅਡੰਬਰ ਰਚੇ ਹੋਏ ਨੇ ਦੁਨੀਆ ਦੇ ਵਿੱਚ ਜਿਹੜੇ ਬਾਹਰੋਂ ਦੇਖਣ ਨੂੰ ਲੱਗਦੇ ਆ ਵੀ ਇਹ ਬੜੇ ਧਰਮੀ ਨੇ, ਪਰ ਜਦੋਂ ਉਹਨਾਂ ਦੇ ਵਿੱਚ ਪ੍ਰਵੇਸ਼ ਕਰਾਂਗੇ ਪਤਾ ਲੱਗੇਗਾ ਵੀ ਧਰਮ ਵਾਲਾ ਦੇ ਵਿੱਚ ਗੁਣ ਹੀ ਕੋਈ ਨਹੀਂ ਹੈ, ਕੋਈ ਗੁਣ ਨਹੀਂ ਅੰਦਰ ਧਰਮ ਵਾਲਾ। ਫਿਰ ਬੰਦਾ ਨਿਰਾਸ਼ ਹੋ ਜਾਂਦਾ ਹੈ, ਤਾਂ ਨਿਰਾਸ਼ ਉਦੋਂ ਹੁੰਦਾ ਜਦੋਂ ਉਹਨਾਂ ਦੇ ਜੰਗਲ ਵਿੱਚ ਫਸ ਜਾਂਦਾ ਹੈ, ਜਦੋਂ ਲੁੱਟਿਆ ਜਾਂਦਾ ਹੈ, ਫਿਰ ਆ ਕੇ ਕਹਿੰਦਾ ਵੀ ਮੈਂ ਤੇ ਇਹ ਧਰਮੀ ਸਮਝ ਕੇ ਲੁੱਟਿਆ ਗਿਆ। ਹੁਣ ਭਾਈ ਮਰਦਾਨਾ ਜੀ ਦੇ ਪੁੱਤਰ ਵੀ ਇਹੀ ਕਹਿ ਰਿਹਾ, ਮਹਾਰਾਜ ਹੁਣ ਤੁਸੀਂ ਹੋਈ ਹੋ, ਤੁਸੀਂ ਮੈਨੂੰ ਇੱਥੇ ਆ ਕੇ ਬਚਾ ਸਕਦੇ ਹੋ, ਛੁਡਾ ਸਕਦੇ ਹੋ, ਚੰਗਾ ਤੁਸੀਂ ਮੈਨੂੰ ਭੇਜਿਆ ਤੇ ਮੈਂ ਵੀ ਭੁੱਲਿਓ ਹਿਰਦੇ ਵੈਸ਼ਨੋ ਦੇਖਾਂ, ਮੈਂ ਵੀ ਇਹਨਾਂ ਦਾ ਵੈਸ਼ਨੋ ਧਰਮੀ ਪਹਿਰਾਵਾ ਵੇਖ ਕੇ ਭੁਲੇਖਾ ਖਾ ਬੈਠਾ। ਮੈਂ ਜਾਣਤ ਹੈ ਅਗੀ ਵੀ ਦੇਖਾ ਮੈਨੂੰ ਪਤਾ ਹੀ ਨਹੀਂ ਸੀ ਇਹਦੇ ਅੰਦਰ ਪਾਪੀ ਬੈਠੇ ਹੋਏ ਨੇ, ਪਾਪ ਕਮਾਉਣ ਵਾਲੇ ਇਹਦੇ ਅੰਦਰ ਬੈਠੇ ਆ। ਨਹੀਂ ਸੀ ਬਾਬਾ ਫਰੀਦ ਸਾਹਿਬ ਨੇ ਆਖਿਆ ਉਹ ਦੁਨੀਆ ਦੇ ਲੋਕੋ ਤੁਹਾਡੀ ਬਾਹਰ ਦੀ ਅੱਖ ਅੰਦਰ ਦਾ ਜੀਵਨ ਨਹੀਂ ਦੇਖ ਸਕਦੀ ਆ। ਤੁਸੀਂ ਬਾਹਰ ਦਾ ਪਹਿਰਾਵਾ ਦੇਖਦੇ ਹੋ ਤੇ ਪਹਿਰਾਵਾ ਦੇਖ ਕੇ ਡੁੱਲ ਜਾਂਦੇ ਹੋ, ਬਾਹਰ ਦਾ ਧਰਮੀ ਪਹਿਰਾਵਾ ਵੇਖ ਕੇ ਚਰਨਾਂ 'ਚ ਡਿੱਗ ਜਾਂਦੇ ਹੋ ਵੀ ਇਹ ਤੇ ਬੜਾ ਪਹੁੰਚਿਆ ਹੈ, ਇਸ ਤੋਂ ਵੱਡਾ ਕੋਈ ਮਹਾਤਮਾ ਕੋਈ ਮਹਾਂਪੁਰਸ਼ ਹੋਣਾ ਹੀ ਕੋਈ ਨਹੀਂ ਹੈ, ਪਰ ਪਤਾ ਲੱਗਦਾ ਵੀ ਅੰਦਰ ਕੀ ਉਹਦੇ ਚੱਲਦਾ ਪਿਆ। ਅਸੀਂ ਵੀ ਅੱਜ ਨਹੀਂ, ਭਾਵੇਂ ਅਸੀਂ ਪੜ੍ਹੇ ਲਿਖੇ ਹੋ ਗਏ ਹਾਂ, ਤਰੱਕੀਆਂ ਕਰ ਲਈਆਂ, ਪਰ ਠੱਗੇ ਅੱਜ ਵੀ ਅਸੀਂ ਜਾਂਦੇ ਹਾਂ, ਲੁੱਟੇ ਅੱਜ ਵੀ ਅਸੀਂ ਜਾ ਰਹੇ ਹਾਂ ਧਰਮ ਦੇ ਨਾਮ ਉੱਤੇ, ਕਿਉਂਕਿ ਬਾਹਰ ਦਾ ਅਡੰਬਰ ਹੀ ਐਸਾ ਰਚਿਆ ਹੁੰਦਾ ਹੈ। ਤੇ ਬਾਬਾ ਫਰੀਦ ਸਾਹਿਬ ਨੇ ਜੇ ਆਖਿਆ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸਾ ਗੁਣ ਹੀ ਭਰਿਆ ਮੈਂ ਫਿਰ ਲੋਕ ਕਹਿਣ ਦਰਵੇਸ਼, ਲੋਕ ਦਰਵੇਸ਼ ਕਹੀ ਜਾਂਦੇ ਆ।
ਲੋਕ ਕਹਿੰਦੇ ਜੀ ਇਹ ਬੜਾ ਵੱਡਾ ਦਰਵੇਸ਼ ਹੈ, ਇਸ ਤੋਂ ਵੱਡਾ ਦਰਵੇਸ਼ ਕੋਈ ਨਹੀਂ, ਪਰ ਉਹਨਾਂ ਨੂੰ ਕੌਣ ਦੱਸੇ ਵੀ ਗੁਣ ਹੀ ਭਰਿਆ, ਅੰਦਰ ਤੇ ਅਵਗੁਣਾਂ ਨਾਲ ਭਰਿਆ ਪਿਆ ਹੈ। ਬਾਹਰ ਦੇ ਵਸਤਰ ਤਾਂ ਫਕੀਰਾਂ ਵਾਲੇ ਵੇਖ ਲਏ, ਕਾਲੇ ਮੈਂਡੇ ਕੱਪੜੇ, ਪਰ ਅੰਦਰ ਦੀ ਤਾਂ ਕਾਲਖ ਵੇਖੀ ਕੋਈ ਨਹੀਂ। ਜਨਮ ਜਨਮ ਕੀ ਕਿਸ ਮਨ ਕੋ ਮਲ ਲਾਗੀ ਕਾਲਾ ਹੋਆ, ਸ਼ਾਹ ਜਿਹੜਾ ਕਾਲੀ ਸ਼ਾਹੀ ਵਾਂਗੂ ਅੰਦਰ ਕਾਲਾ ਹੋਇਆ ਪਿਆ, ਉਹ ਮਨ ਨਹੀਂ ਦੱਸਿਆ, ਕੇਵਲ ਪਹਿਰਾਵਾ ਦਿਸ ਗਿਆ। ਸਾਡੀ ਅਵਸਥਾ ਕੀ ਹੈ? ਜਿੰਨੇ ਅਸੀਂ ਬਾਹਰੋਂ ਚਿੱਟੇ ਹਾਂ, ਮਹਾਰਾਜ ਕਹਿੰਦੇ ਹੋ ਸਕਦਾ ਉਹਨਾਂ ਅੰਦਰੋਂ ਕਾਲਖ ਨਾਲ ਭਰਿਆ ਹੋਵੇ। ਚਿੱਟੇ ਜਨ ਕੇ ਕੱਪੜੇ ਮੈਲੇ ਚਿੱਤ ਕਠੋਰ, ਅੰਦਰ ਚਿੱਤ ਕਠੋਰ ਹੋਇਆ ਪਿਆ ਤੇ ਅੰਦਰ ਮਲੀਨਤਾ ਮਤ ਮੈਲੀ ਹੋਈ ਪਈ ਹੈ। ਪਰ ਅਸੀਂ ਬਾਹਰ ਦਾ ਵੇਖ ਕੇ ਹੀ ਡੁੱਲ ਜਾਂਦੇ ਹਾਂ, ਪਤਾ ਉਦੋਂ ਲੱਗਦਾ ਵੀ ਅੰਦਰ ਕੀ ਕਿਤੇ ਚੱਲਦਾ ਹੈ। ਹੁਣ ਉਹ ਭਾਈ ਮਰਦਾਨਾ ਜੀ ਦੇ ਪੁੱਤਰ ਨਾਲੇ ਅਰਦਾਸ ਕਰਦੇ ਆ, ਨਾਲੇ ਕਹਿ ਰਹੇ ਆ ਮਹਾਰਾਜ ਜੀ ਮੈਂ ਤੇ ਸੋਚਿਆ ਵੀ ਇਹ ਬੜੇ ਵੈਸ਼ਨੋ ਨੇ, ਬੜੇ ਧਰਮੀ ਨੇ, ਇਹ ਬੜੇ ਧਰਮੀ ਨੇ, ਬੜੀ ਸੇਵਾ ਕਰਨਗੇ, ਪਰ ਮੈਂ ਜਾਣਤ ਹੈ ਅਘੀ, ਪਰ ਮੈਨੂੰ ਨਹੀਂ ਸੀ ਪਤਾ ਇਸ ਧਰਮਸਾਲ ਦੇ ਅੰਦਰ ਅਘੀ ਦਾ ਅਰਥ ਪਾਪੀ ਬੈਠੇ ਹਨ। ਸ਼ਹਿਜ਼ਾਦੇ ਕੀ ਸਭ ਵਿਦ ਜਾਣੀ। ਹੁਣ ਜਦੋਂ ਉਹਨੇ ਕੀਤੀ ਅਰਦਾਸ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝ ਗਏ ਕਿ ਜਿਸ ਕਾਰਜ ਲਈ ਭੇਜਿਆ ਸੀ ਉਹ ਕਾਰਜ ਹੋ ਗਿਆ। ਇਹ ਭਾਈ ਮਰਦਾਨਾ ਜੀ ਦੇ ਸੁਪੁੱਤਰ ਨੂੰ ਉਹ ਜਿਹੜਾ ਸੱਜਣ ਬਾਹਰੋਂ ਹੈ, ਅੰਦਰ ਠੱਗ ਹੈ, ਉਸ ਠੱਗ ਨੇ ਆਹ ਹਾਲ ਜਿਹੜਾ ਕਰ ਦਿੱਤਾ। ਪੂਰਨ ਗਮਨ ਕੀਨ ਗੁਣ ਖਾਨੀ। ਪੂਰਨ ਉਸੇ ਵੇਲੇ ਮਹਾਰਾਜ ਜਿੱਥੇ ਬੈਠੇ ਸੀ ਨਾ, ਉੱਥੋਂ ਹੀ ਮਹਾਰਾਜ ਨੇ ਉਸੇ ਵੇਲੇ ਚੱਲਣਾ ਸ਼ੁਰੂ ਕੀਤਾ। ਵੈਸੇ ਉਹ ਜਹਾਂ ਵੈਸ਼ਨੋ ਬਣ ਗਏ, ਜਿੱਥੇ ਇਹ ਸੱਜਣ ਧਰਮੀ ਬਣ ਕੇ ਆਪਣੇ ਆਸਣ ਤੇ ਬੈਠਾ ਸੀ, ਵੈ ਦਸ਼ ਤਿਲਕ ਲਗਾਏ ਗਣ ਛੱਡ ਕੇ। ਕੇ ਜਿਹੜਾ ਇਹ ਤਿਲਕ ਲਾ ਕੇ ਬੈਠਾ ਸੀ, ਕਈ ਪ੍ਰਕਾਰ ਦੇ ਤਿਲਕ ਇਹਨੇ ਆਪਣੇ ਮਸਤਕ ਤੇ ਲਾਏ ਸਨ। ਜਾਏ ਨਿਕਟ ਬੇਦੀ ਕੁਦਰਾਈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸੱਜਣ ਦੇ ਕੋਲ ਆਏ ਹਨ। ਸ਼੍ਰੀ ਕਰਤਾਰ ਕਰਤਾਰ ਹਲਾਈ। ਉਹ ਇਹਦੇ ਕੋਲ ਆ ਕੇ ਮਹਾਰਾਜ ਨੇ ਆਖਿਆ ਸਤ ਕਰਤਾਰ, ਸਤ ਕਰਤਾਰ, ਇਸ ਤਰ੍ਹਾਂ ਮਹਾਰਾਜ ਨੇ ਆਖਿਆ ਹੈ। ਸੱਜਣ ਹਮਰੋ ਇੱਕ ਵਿਰਾਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੱਜਣ, ਨਾਲੇ ਉਹਦਾ ਨਾਮ ਵੀ ਲੈ ਲਿਆ, ਸੱਜਣ ਸਾਡਾ ਇੱਕ ਸੇਵਕ ਤੇਰੇ ਕੋਲ ਆਇਆ ਹੈ। ਧਿਆਨ ਰੱਖਿਓ, ਉਹ ਸਤਿਗੁਰੂ ਨੇ ਭੁੱਲਿਆਂ ਨੂੰ ਭਟਕਿਆਂ ਨੂੰ ਸਿੱਧੇ ਮਾਰਗ ਤੇ ਪਾਉਣਾ ਹੈ, ਤੇ ਜੇ ਆ ਬਿੱਦ ਬਣਾਈਆਂ ਤੇ ਫਿਰ ਉਹਦਾ ਨਾਮ ਵੀ ਤਾਂ ਜਾਣਦੇ ਆ। ਸਾਨੂੰ ਮਨ ਵਿੱਚ ਪੂਰੇ ਗੁਰੂ ਦੇ ਪ੍ਰਤੀ ਕੋਈ ਮਨ ਵਿੱਚ ਸ਼ੰਕਾ ਨਹੀਂ ਹੋਣੀ ਚਾਹੀਦੀ, ਤੇ ਜੇ ਸ਼ੰਕਾ ਧਾਰ ਕੇ ਆਉਂਦੇ ਵੀ ਆ ਨਾ ਤੇ ਉਹ ਸਮਰੱਥ ਹੈ, ਉਹਨੂੰ ਪਤਾ ਵੀ ਸ਼ੰਕਾ ਨੂੰ ਸ਼ਰਧਾ ਵਿੱਚ ਕਿਵੇਂ ਬਦਲਣਾ ਹੈ। ਭਾਈ ਮਨਸੁਖ ਆਏ ਸੀ ਨਾ ਲਾਹੌਰ ਤੋਂ ਪਹਿਲੀ ਵਾਰ, ਭਾਈ ਭਗੀਰਥ ਦਾ ਜਾਗ ਲੱਗਾ ਸੀ ਜਦੋਂ, ਕਹਿੰਦੇ ਚਲੋ ਅੱਜ ਵੇਖਾਂ। ਭਾਈ ਭਗੀਰਥ ਨੇ ਬੜਾ ਨਾਮ ਲਿਆ ਸੀ ਗੁਰੂ ਨਾਨਕ ਸਾਹਿਬ ਦਾ, ਅੱਜ ਚੱਲ ਕੇ ਵੇਖ ਹੀ ਲਵਾਂ ਵੀ ਨਾਨਕ ਜੀ ਕੌਣ ਨੇ, ਕਿੰਨੀ ਕੁ ਅਵਸਥਾ ਦੇ ਮਾਲਕ ਨੇ। ਜੈਸਾ ਸਤਿਗੁਰੂ ਸੁਣੀਦਾ ਜੈਸੋ ਹੀ ਮੈਂ ਡੀਠ। ਜਦੋਂ ਆਏ ਤੇ ਸਤਿਗੁਰੂ ਬੈਠੇ ਸੀ ਹੱਟੀ ਤੇ ਸੌਦਾ ਤੋਲ ਰਹੇ, ਬੜੀ ਲੰਬੀ ਸੌਦਾ ਲੈਣ ਵਾਲਿਆਂ ਦੀ ਲਾਈਨ ਲੱਗੀ ਹੈ, ਇਹ ਵੀ ਆ ਕੇ ਲੱਗ ਗਿਆ। ਜਿਵੇਂ ਜਿਵੇਂ ਨੇੜੇ ਆਉਂਦਾ ਜਾਂਦਾ ਹੈ, ਤਿਵੇਂ ਤਿਵੇਂ ਮਨ ਵਿੱਚ ਫੁਰਨਾ ਬਣਿਆ ਕਿ ਮੈਂ ਤਾਂ ਇਹਨਾਂ ਨੂੰ ਮੰਨਾਂਗਾ ਵੀ ਇਹ ਪੂਰਾ ਗੁਰੂ, ਪੂਰਾ ਸਮਰੱਥ ਗੁਰੂ ਹੈ, ਜੇ ਮੇਰੇ ਬੋਲਣ ਤੋਂ ਪਹਿਲਾਂ ਇਹ ਬੋਲ ਕੇ ਮੇਰਾ ਨਾਮ ਦੱਸ ਦੇਣ। ਮਨ ਵਿੱਚ ਫੁਰਨਾ ਬਣਿਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਹਰ ਦੀ ਅਵਸਥਾ ਨਹੀਂ, ਅੰਦਰ ਦੀ ਅਵਸਥਾ ਵੇਖਦੇ ਆ। ਜਿੰਨੇ ਵੀ ਆਪਾਂ ਬੈਠੇ ਆ, ਸਭਨਾਂ ਦੇ ਅੰਦਰ ਦੇ ਫੁਰਨਿਆਂ ਨੂੰ ਮੇਰੇ ਸਤਿਗੁਰੂ ਜਾਣਦੇ ਆ। ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਸਭ ਕੁਝ ਜਾਣਦਾ ਹੈ। ਜਦੋਂ ਕੋਲ ਆਇਆ ਨਾ ਤੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਮਨ, ਉਸ ਵੇਲੇ ਸਾਹਿਬ ਨੇ ਆਖਿਆ ਮਨ ਸੁਖ, ਸਤਿਗੁਰੂ ਮਹਾਰਾਜ ਕਹਿੰਦੇ ਸੱਚਾ ਵਪਾਰ ਕਰਦਾ ਹੈ ਕਿ ਕੱਚਾ ਵਪਾਰ ਕਰਦਾ ਹੈ? ਤੂੰ ਵਪਾਰੀ ਬਾਹਰ ਦਾ ਹੈ ਕਿ ਵਪਾਰੀ ਅੰਦਰ ਦਾ ਹੈ? ਨਾਲੇ ਇਹ ਵੀ ਦੱਸ ਦਿੱਤਾ ਵੀ ਵਪਾਰੀ ਹੈ, ਤੇ ਨਾਲੇ ਉਹਦਾ ਨਾਮ ਲੈ ਦਿੱਤਾ। ਜਦੋਂ ਦੋਵੇਂ ਗੱਲਾਂ ਦਿੱਤੀਆਂ, ਸ਼ੰਕਾ ਸ਼ਰਧਾ ਵਿੱਚ ਬਦਲ ਗਈ। ਚਰਨਾਂ ਦੇ ਵਿੱਚ ਆ ਕੇ ਟੈਪਿਆ ਮਹਾਰਾਜ, ਹਜੇ ਤੱਕ ਤੇ ਬਾਹਰ ਦਾ ਹੀ ਵਪਾਰ ਕਰਦਾ ਸਾਂ, ਪਰ ਅੱਜ ਮੈਂ ਤੁਹਾਡੇ ਕੋਲ ਅੰਦਰ ਦਾ ਵਪਾਰ ਕਰਨ ਵਾਸਤੇ ਆਇਆ। ਅੱਜ ਮੈਂ ਵਪਾਰੀ ਬਣਨ ਆਇਆ, ਪਰ ਬਾਹਰ ਦਾ ਨਹੀਂ, ਅੰਦਰ ਦਾ ਬਣਨ ਆਇਆ। ਤੇ ਮਹਾਰਾਜ ਨੇ ਫਿਰ ਆਖਿਆ ਵਣਜ ਕਰੋ ਵਣ ਜਾ ਰਹੇ ਹੋ, ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ। ਨਾਲ ਮਹਾਰਾਜ ਕਹਿੰਦੇ ਫਿਰ ਤੂੰ ਉਹ ਵਪਾਰ ਕਰ ਜਿਹੜਾ ਤੇਰੇ ਨਾਲ ਨਿਭ ਜਾਏ, ਉਹ ਨਾਮ ਦਾ ਵਪਾਰ ਹੈ। ਉਹ ਨਾਮ, ਅਸੀਂ ਸਾਰੇ ਵਪਾਰੀ ਤਾਂ ਨਾਮ ਦਾ ਹੀ ਬਣ ਕੇ ਆਏ ਆ, ਪਰ ਮਨ ਭੁੱਲ ਗਿਆ, ਭੁੱਲਿਆ ਮਨ ਭਟਕ ਗਿਆ, ਆਪਣੇ ਰਾਹ ਤੋਂ ਗੁਰਾਹੇ ਪੈ ਗਿਆ। ਹੁਣ ਜਿਹੜਾ ਸੌਦਾ ਇਕੱਠਾ ਕਰਨਾ ਸੀ ਉਹ ਕਰਨ ਦੀ ਬਜਾਏ ਹੋਰ ਕਰਨ ਲੱਗ ਪਿਆ। ਅੰਮ੍ਰਿਤ ਬਾਣੀ ਵਿੱਚ ਵਚਨ ਆਉਂਦੇ ਨੇ, ਭੁੱਲਿਓ ਮਨ ਮਾਇਆ ਬੁਝਾਇਓ। ਹੁਣ ਮਨ ਤੁਰਿਆ ਤਾਂ ਵਣਜਾਰਾ ਬਣ ਕੇ ਹੀ ਸੀ, ਵਣਜ ਲੈਣ ਲਈ। ਹੁਣ ਕਿਸੇ ਨੂੰ ਆਪਾਂ ਘਰੋਂ ਤੋਰਿਆ ਕਿ ਤੂੰ ਆਹ ਸੌਦਾ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਆ, ਅੱਗੋਂ ਉਹਨੂੰ ਕੋਈ ਸਾਥੀ ਐਸਾ ਮਿਲ ਗਿਆ ਜਿਹੜਾ ਉਹਨੂੰ ਨਸ਼ੇ ਦੀ ਦੁਕਾਨ ਤੇ ਲੈ ਗਿਆ। ਹੁਣ ਉਹ ਭੁੱਲ ਗਿਆ ਵੀ ਮੈਨੂੰ ਘਰਦਿਆਂ ਨੇ ਸੌਦਾ ਕਰਿਆਨੇ ਦੀ ਦੁਕਾਨ ਤੇ ਭੇਜਿਆ ਸੀ ਲੈਣ ਲਈ, ਚਲਾ ਗਿਆ ਨਸ਼ੇ ਦੀ ਥਾਂ ਤੇ ਆਪਣੇ ਸਾਥੀਆਂ ਨਾਲ ਰਲ ਕੇ ਉਹ 4 ਪੈਸੇ ਜਿਹੜੇ ਜੇਬ ਸੀ ਨਸ਼ੇ ਪੀ ਕੇ ਤੇ ਬਰਬਾਦ ਕਰਕੇ ਖਾਲੀ ਘਰ ਮੁੜ ਆਇਆ। ਜਦੋਂ ਖਾਲੀ ਆਇਆ ਤੇ ਘਰਦਿਆਂ ਨੇ ਵੀ ਅੱਗੋਂ ਫਿਰ ਉਹਨੂੰ ਸੁਣਾਈਆਂ ਵੀ ਤੈਨੂੰ ਭੇਜਿਆ ਕਾਹਦੇ ਵਾਸਤੇ ਸੀ, ਤੂੰ ਕਰਕੇ ਕੀ ਆਇਆ? ਬਸ ਸਾਡੇ ਮਨ ਦੀ ਹਾਲਤ ਵੀ ਇਹੀ ਹੈ। ਪੁਰਾਣੀ ਤੋਂ ਆਇਆ ਲਾਹਾ ਲੈਣ ਲੱਗਾ, ਗਿੱਤ ਕੋ ਫਕੜੇ ਸਭ ਮੁਕਤੀ ਚਲੀ, ਰਹਿਣ ਕੋ ਫਕੜੇ ਭੈੜੇ ਕੰਮਾਂ ਵਿੱਚ ਪੈ ਗਿਆ। ਕਿਉਂ ਪੈ ਗਿਆ? ਕਿਉਂਕਿ ਭੁੱਲਿਓ ਮਨ ਮਾਇਆ ਉਲਝਾਇਓ। ਇਹ ਮਾਇਆ ਰਜਗੁਣ, ਕਾਮਗੁਣ, ਸਤਗੁਣ, ਤ੍ਰੈ ਗੁਣੀ ਮਾਇਆ ਨੇ ਐਸਾ ਉਲਝਾ ਦਿੱਤਾ, ਘੁੰਮਣ ਘੇਰੀ ਵਿੱਚ ਪਾ ਦਿੱਤਾ। ਮਨ ਭੁੱਲ ਹੀ ਗਿਆ ਵੀ ਮੈਂ ਆਇਆ ਕਾਹਦੇ ਵਾਸਤੇ ਸਾਂ। ਫਿਰ ਇਹਨੂੰ ਕੌਣ ਚੇਤੇ ਕਰਾਏਗਾ? ਇਹਨੂੰ ਫਿਰ ਗੁਰਬਾਣੀ ਚੇਤੇ ਕਰਾਉਂਦੀ ਹੈ। ਗੁਰਬਾਣੀ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਫਿਰ ਬਾਣੀ ਨੇ ਚੇਤੇ ਕਰਾਇਆ, ਕਹਿਣ ਲੱਗੇ ਤੂੰ ਕਿਹੜੇ ਪਾਸੇ ਤੁਰਿਆ ਫਿਰਦਾ ਮਨ? ਤੂੰ ਲਾਹਾ ਨਾਮ ਦਾ ਲੈਣ ਆਇਆ ਸੀ, ਨਾਮ ਦੀ ਖੱਟੀ ਖੱਟ। ਇਹਾਂ ਖਾਟ ਚਲੋ ਹਰ ਲਾਹਾ ਆ ਗਿਆ ਵਸਣ ਚੇਲਾ, ਪਰ ਜੋ ਤੂੰ ਖੱਟ ਕੇ ਚਲਿਆ ਉਹ ਤੇਰੇ ਪੱਲੇ ਕੱਖ ਨਹੀਂ ਰਹਿਣਾ। ਆਪਣੀ ਜ਼ਿੰਦਗੀ ਦਾ ਸਮਾਂ ਅਜਾਈ ਗਵਾ ਜਾਏਗਾ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ, ਆ ਕੇ ਕਹਿੰਦੇ ਸੱਜਣ ਹਮਰੋ ਏਕ ਮਰਾਸੀ, ਸੋ ਚੱਲ ਆਇਓ ਤੁਮਰੇ ਪਾਸੀ। ਸਾਡਾ ਇੱਕ ਸੇਵਕ ਤੇਰੇ ਕੋਲ ਚੱਲ ਕੇ ਆਇਆ ਸੀ। ਹਟ ਕੇ ਪੁੰਨ ਹਮ ਪਾਸ ਨਾ ਗਇਓ, ਹਟ ਕੇ ਪਰ ਵਰਤ ਕੇ ਪਿਛਾਂ ਉਹ ਸਾਡੇ ਕੋਲ ਆਇਆ ਹੀ ਨਹੀਂ, ਉਹ ਸਾਡੇ ਕੋਲ ਹਜੇ ਤੱਕ ਪਹੁੰਚਿਆ ਹੀ ਨਹੀਂ ਹੈ। ਉਹ ਜਾਣਿਆ ਤੈ ਕੋ ਕਾ ਭਇਓ, ਉਹ ਜਾਣਿਆ ਤੈ ਕੋ ਕਿਆ ਭਇਓ, ਕੀ ਪਤਾ ਉਹਦੇ ਨਾਲ ਕੀ ਹੋਇਆ ਹੈ, ਕੀ ਕੁਝ ਤੁਸੀਂ ਉਹਦੇ ਨਾਲ ਕੀਤਾ ਹੋਵੇਗਾ, ਪਰ ਸਾਡਾ ਬੰਦਾ ਤੁਹਾਡੇ ਕੋਲ ਚੱਲ ਕੇ ਆਇਆ, ਦੱਸੋ ਕਿੱਥੇ ਹੈ? ਸੱਜਣ ਕਹਿ ਨਾ ਆਇਓ ਕੋਈ, ਅੱਗੋਂ ਸੱਜਣ ਕਹਿੰਦਾ ਵੀ ਸਾਡੇ ਕੋਲ ਤੁਹਾਡਾ ਕੋਈ ਪਤਾ ਨਹੀਂ ਆਇਆ, ਅਸੀਂ ਤੁਹਾਡਾ ਕੋਈ ਸੇਵਕ ਨਹੀਂ ਦੇਖਿਆ ਹੈ। ਜੇ ਆਵਤ ਹਮ ਡਿਗਵੇ ਸੋਈ, ਹਾਂ ਜੇ ਸਾਡੇ ਕੋਲ ਕਿਤੇ ਉਹ ਆ ਜਾਵੇਗਾ, ਸ੍ਰੀ ਗੁਰੂ ਕਹਿ ਕਰ ਆਇਓ ਤੋਹੀ, ਤਾਂ ਅਸੀਂ ਤੁਹਾਡੇ ਕੋਲ ਪਹੁੰਚਾ ਦੇਵਾਂਗੇ। ਗੁਰੂ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ ਤੁਹਾਡੇ ਘਰ ਜਾਂ ਜਿੱਥੇ ਤੁਸੀਂ ਰੁਕੇ ਹੋ ਤੁਹਾਡੇ ਕੋਲ ਅਸੀਂ ਪਹੁੰਚਾ ਦੇ। ਜੇ ਉਹ ਸਾਡੇ ਕੋਲ ਆ ਗਿਆ, ਪਰ ਹਾਲਾਂਕਿ ਆਇਆ ਧਿਆਨ ਰੱਖਿਓ, ਜਿਹੜਾ ਬਾਹਰੋਂ ਧਰਮੀ ਹੈ ਅੰਦਰੋਂ ਠੱਗ ਹੈ, ਉਹ ਸੱਚ ਥੋੜੀ ਬੋਲੇਗਾ, ਉਸ ਤਾਂ ਝੂਠ ਬੋਲੇਗਾ, ਕਿਉਂਕਿ ਉਹਨੇ ਆਪਣਾ ਮਤਲਬ ਪੂਰਾ ਕਰਨਾ ਹੈ। ਉਹਨੂੰ ਸੱਚ ਨਾਲ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਉਹਦਾ ਕੰਮ ਬਣਨਾ ਹੀ ਝੂਠ ਬੋਲ ਕੇ ਆ। ਇੱਥੇ ਉਹਨੇ ਆਖਿਆ ਵੀ ਮੈਂ ਤੁਹਾਡਾ ਕੋਈ ਸੇਵਕ ਨਹੀਂ ਦੇਖਿਆ, ਹਾਂ ਜੇ ਆਇਆ ਤੇ ਤੁਹਾਡੇ ਕੋਲ ਪਹੁੰਚਾ ਦੇਵਾਂਗਾ। ਪੂਰਾ ਨਾ ਕਹੋ ਇਹਾਂ ਤੋਂ ਹੋਈ, ਨਾਲੇ ਕਹਿੰਦੇ ਝੂਠ ਨਾ ਬੋਲ, ਸੱਜਣ ਤੇਰਾ ਨਾਮ ਸੱਜਣ ਹੈ ਤੇ ਸੱਜਣਾ ਵਾਲੇ ਕੰਮ ਕਰ, ਇਹ ਸੱਜਣਾ ਵਾਲੇ ਕੰਮ ਨਹੀਂ ਤੇਰੇ।
ਤੂੰ ਝੂਠ ਬੋਲ ਰਿਹਾ ਹੈ ਕਿ ਹਾਂ ਸੋ ਹੋਈ, ਸਾਡਾ ਬੰਦਾ ਇੱਥੇ ਹੀ ਅੰਦਰ ਇਸ ਅਸਥਾਨ ਦੇ ਅੰਦਰ ਹੀ ਹੈ। ਸੁਣ ਸੱਜਣ ਆਪਣ ਬਚਨ ਬਖਾਨਾ, ਸੱਜਣ ਨੇ ਸੁਣ ਕੇ ਫਿਰ ਦੁਬਾਰਾ ਆਖਣਾ ਕੀਤਾ, ਤੁਮ ਭਿਖਿਆ ਤੋ ਸੰਤ ਮਹਾਨਾ। ਕਹਿਣ ਲੱਗਾ ਵੀ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰ ਰਿਹਾ, ਤੁਹਾਨੂੰ ਪਿਆਰ ਨਾਲ ਕਹਿ ਰਿਹਾ, ਕਿਉਂਕਿ ਸੰਤ ਮਹਾਨਾ, ਮੈਨੂੰ ਤੁਸੀਂ ਵੀ ਮਹਾਨ ਸੰਤ ਲੱਗਦੇ ਹੋ, ਫਕੀਰ ਲੱਗਦੇ ਹੋ, ਤੁਸੀਂ ਵੀ ਮੈਨੂੰ ਰੱਬ ਦੇ ਪਿਆਰੇ ਲੱਗਦੇ ਹੋ। ਝੂਠ ਨਾ ਤੁਸੋ ਕਰੋ ਤੇ ਉਚਾਰੀ, ਮੈਂ ਵੀ ਰੱਬ ਦਾ ਬੰਦਾ, ਮੱਥੇ ਤਿਲਕ ਲਾਇਆ ਹੋਇਆ ਹੈ, ਔਰ ਪਹਿਰਾਵਾ ਵੀ ਮੈਂ ਧਰਮੀਆਂ ਵਾਲਾ ਪਾਇਆ, ਤੁਸੀਂ ਵੀ ਫਕੀਰਾਂ ਵਾਲਾ ਚੋਲਾ ਪਾਇਆ, ਤੇ ਮੈਂ ਕਦੇ ਰੱਬ ਦੇ ਬੰਦਿਆਂ ਕੋਲ ਝੂਠ ਨਹੀਂ ਬੋਲਦਾ। ਇਹ ਸੱਜਣ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਝੂਠ ਨਾ ਤੁਮ ਸੋ ਕਹੇ ਪੁੱਛਾ, ਮੈਂ ਤੁਹਾਡੇ ਸਾਹਮਣੇ ਝੂਠ ਕਿਉਂ ਬੋਲਾਂਗਾ? ਮੈਂ ਭਰੀ ਤਤ ਤੋੜੇ ਨਿਹਾਰੀ, ਮੈਂ ਪਤੀਤ, ਜੇ ਮੇਰੀ ਗੱਲ ਤੇ ਭਰੋਸਾ ਨਹੀਂ ਆਉਂਦਾ ਤੇ ਦੇਖ ਲਓ ਫਿਰ, ਜੇ ਤੁਹਾਡਾ ਬੰਦਾ ਤੁਹਾਨੂੰ ਕਿਤੇ ਦਿਸਦਾ ਹੈ। ਗੁਰ ਮੁਝ ਸੋ ਕਹਿ ਜਾਵੋ ਬਾਲਾ, ਭਾਈ ਬਾਲਾ ਜੀ ਕੋਲ ਖਲੋਤੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਤੇ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਆਖਿਆ ਜਾਓ ਬਾਲਾ, ਭਾਈ ਬਾਲਾ ਜੀ ਜਾਓ, ਜਾ ਕੇ ਦੇਖਣਾ ਕਰੋ, ਕਰੋ ਬੈਸਨੋ ਕੋ ਮੁਖ ਕਾਲਾ। ਇਸ ਵੈਸ਼ਨੋ ਦਾ ਮੁਖ ਕਾਲਾ ਕਰੋ, ਭਾਵ ਇਹਨੂੰ ਝੂਠਾ ਸਾਬਤ, ਮੂੰਹ ਕਾਲਾ ਦਾ ਮਤਲਬ ਇਹ ਵੀ ਕਾਲਖ ਲੈ ਕੇ ਮਿਲਣੀਆਂ, ਇਹਨੂੰ ਝੂਠਾ ਸਾਬਤ ਕਰੋ, ਇਹਦਾ ਮੂੰਹ ਆਪੇ ਹੀ ਕਾਲਾ ਹੋ ਜਾਏਗਾ। ਜਦੋਂ ਇਹ ਝੂਠਾ ਸਾਬਤ ਹੋ ਗਿਆ, ਸਾਡਾ ਸੇਵਕ ਇੱਥੋਂ ਅੰਦਰੋਂ ਹੀ ਨਿਕਲ ਆਇਆ, ਇਹਦਾ ਮੂੰਹ ਆਪੇ ਹੀ ਕਾਲਾ ਹੋ ਜਾਣਾ। ਜਾਓ ਜਾ ਕੇ ਕਹਿੰਦੇ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਲੈ ਕੇ ਆਉਣਾ ਕਰੋ। ਅੰਤਰ ਦੇਹ ਤੇ ਜਿਆਦਾ ਲਿਆਏ, ਅੰਦਰ ਗਿਆ ਭਾਈ ਬਾਲਾ ਜੀ, ਕਹਿੰਦੇ ਮੈਂ ਗਿਆ ਅੰਦਰ, ਤੇ ਅੰਦਰ ਜਾ ਕੇ ਫਿਰ ਸਹਿਜਾਦਾ ਲਿਆਏ, ਫਿਰ ਮੈਂ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਲੈ ਕੇ ਆਇਆ। ਕਾਲਕ ਜਾਂਗੇ ਬਦਲ ਲਗਾਏ, ਕਹਿੰਦੇ ਨੇ ਜਦੋਂ ਮੈਂ ਲੈ ਕੇ ਆਇਆ ਤੇ ਕਾਲਖ ਇੱਕ ਤਰ੍ਹਾਂ ਉਹਦੇ ਮੁਖ ਤੇ ਲੱਗੀ, ਭਾਵ ਝੂਠਾ ਪੈ ਗਿਆ। ਜਿਹੜਾ ਕਹਿੰਦਾ ਸੀ ਮੈਂ ਧਰਮੀ ਆ ਕਿ ਮੈਂ ਧਰਮੀ ਬੰਦਿਆਂ ਕੇ ਝੂਠ ਨਹੀਂ ਬੋਲਦਾ, ਇਹਦੇ ਇਹੀ ਬੋਲ ਕੇ ਕਾਲਖ ਬਣ ਕੇ ਇਹਦੇ ਮੁਖ ਤੇ ਮੱਲੀ ਗਈ, ਭਾਵ ਮੂੰਹ ਕਾਲਾ ਹੋ ਗਿਆ ਇਹਦਾ। ਜਦੋਂ ਇਹਨੇ ਦੇਖਿਆ ਵੀ ਮੇਰਾ ਝੂਠ ਪਕੜਿਆ ਗਿਆ, ਸੁਣਤ ਸੁਣਾਉਣ ਮੈਂ ਤੁਰਨ ਗਇਓ, ਕਹਿੰਦੇ ਉਸੇ ਵੇਲੇ ਫਿਰ ਇਹ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੈਂ ਤੁਰਨ ਆਇਆ ਤੇ ਤੁਰਨ ਗਿਆ ਹਾਂ। ਬੰਧਨ ਯੁਗਤ ਵਿਲੋਕਤ ਭਇਓ, ਉਸੇ ਵੇਲੇ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਜਿਹੜਾ ਅੰਦਰ ਰੱਸੀਆਂ ਨਾਲ ਬੰਨਿਆ, ਜਿਹਨੂੰ ਕਹਿੰਦੇ ਮੁਸ਼ਕਾਂ ਬੰਨੀਆਂ, ਬਾਹਾਂ ਬੰਨੀਆਂ ਹੋਈਆਂ ਸਨ, ਮੁਕਤ ਕਰਿਓ ਤੋਨੀ ਨਾ ਉਠਾਈ, ਕਹਿੰਦੇ ਨੇ ਮੁਕਤ ਉਹਦੀਆਂ ਬਾਹਾਂ ਜਿਹੜੀਆਂ ਸੀ ਰੱਸੀ ਨਾਲ ਬੰਨੀਆਂ ਹੋਈਆਂ ਉਹ ਖੋਲ ਕੇ ਮੈਂ ਲਿਆਇਆ ਹਾਂ। ਸਹਿਜਾਦੇ ਤਬ ਗਿਰਾ ਲਾਈ, ਕਹਿੰਦੇ ਨੇ ਸਹਿਜਾਦੇ ਨੇ ਫਿਰ ਧੰਨਵਾਦ ਵੀ ਜਿਹੜਾ ਉਸ ਵੇਲੇ ਕੀਤਾ ਹੈ। ਕਦੇ ਤਾਨ ਭੇਜਿਓ ਮੁਝ ਨਾ ਥਾ, ਕਹਿੰਦੇ ਨੇ ਚੰਗੇ ਪਾਸੇ ਮੈਨੂੰ ਨਾਥਾ, ਧੰਨ ਗੁਰੂ ਭਾਈ ਬਾਲਾ ਜੀ ਚੰਗੇ ਪਾਸੇ ਬਾਬੇ ਨਾਨਕ ਨੇ ਮੈਨੂੰ ਤੋਰਿਆ। ਪਰ ਇਹ ਨਹੀਂ ਨਾ ਪਤਾ ਕਿ ਭਾਈ ਮਰਦਾਨਾ ਜੀ ਵੀ ਇਸੇ ਤਰ੍ਹਾਂ ਤੁਰਦੇ ਰਹੇ ਆ, ਤੇ ਇਸੇ ਤਰ੍ਹਾਂ ਕਈਆਂ ਦੇ ਜਿਵੇਂ ਉਹ ਕੌਡਾ ਰਾਖਸ਼ ਮਿਲ ਗਿਆ ਜਾਂ ਬੜੀ ਕੰਧਾਰੀ ਵਰਗੇ ਮਿਲ ਗਏ, ਜਿਹੜੀਆਂ ਕਈ ਜਾਦੂਗਰਨੀਆਂ ਵਰਗੀਆਂ ਐਸੀਆਂ ਮਿਲ ਗਈਆਂ, ਜਿੱਥੇ ਜੋ ਜੋ ਵਾਪਰਿਆ ਉਹ ਲੜੀਵਾਰ ਇਤਿਹਾਸ ਵਿੱਚ ਤੁਸੀਂ ਸਰਵਣ ਕੀਤਾ ਹੈ। ਹੁਣ ਜਦੋਂ ਇਹਨੂੰ ਬਾਹਾਂ ਖੋਲ ਕੇ ਬਾਹਰ ਲਿਆਂਦਾ ਨਾ, ਇਹ ਕਹਿੰਦਾ ਭਲੇ ਥਾਨ ਭੇਜਿਓ ਮੁਝ ਨਾਥਾ, ਇਹ ਨਾਥ ਜੀ ਮੈਨੂੰ ਚੰਗੇ ਪਾਸੇ ਤੁਸੀਂ ਭੇਜਿਆ ਸੀ। ਚੀਰ ਉਤਾਰੇ ਬੰਦੇ ਹੱਥਾ, ਇਹਨਾਂ ਤੇ ਮੇਰੇ ਕੱਪੜੇ ਲਵਾ ਕੇ ਮੇਰੇ ਹੱਥ ਬੰਨ ਕੇ ਮੈਨੂੰ ਇੱਥੇ ਸੁੱਟ ਦਿੱਤਾ। ਇਨ ਤੇ ਪਟ ਹਬ ਦਿਓ ਦਿਵਾਏ, ਇਹਨਾਂ ਜਿਹੜੇ ਮੇਰੇ ਬਸਤਰ ਲਵਾਏ ਨੇ, ਭਾਵ ਸਭ ਕੁਝ ਇਹਦਾ ਜਿਹੜਾ ਸੀ ਜੋ ਵੀ ਇਹਦੇ ਜੇਬਾਂ ਵਿੱਚ ਸੀ ਕਢਵਾ ਲਿਆ, ਤੇ ਕਹਿਣ ਲੱਗਾ ਮਹਾਰਾਜ ਜੋ ਇਹਨਾਂ ਨੇ ਮੇਰੇ ਕੋਲ ਸਾਜੋ ਸਮਾਨ ਸੀ ਉਹ ਸਭ ਲੈ ਲਿਆ ਤੇ ਵਾਪਸ ਦਬਾਉਣਾ ਕਰੋ। ਬੜੇ ਦੁਸ਼ਟ ਪਾਪੀ ਦੁਖਦਾਏ, ਇਹ ਬੜੇ ਪਾਪੀ ਨੇ, ਇਹ ਬੜੇ ਦੁਸ਼ਟ ਨੇ, ਜਿੰਨੇ ਬਾਹਰੋਂ ਧਰਮੀ ਦਿਸਦੇ ਨੇ ਉਨੇ ਹੀ ਅੰਦਰੋਂ ਦੁਸ਼ਟ ਨੇ, ਜਿੰਨੇ ਬਾਹਰੋਂ ਇਹ ਧਰਮੀ ਦਿਸਦੇ ਆ ਉਨੇ ਹੀ ਅੰਦਰੋਂ ਪਾਪੀ ਹਨ। ਮਨਜ ਕਹਿ ਐਸੇ ਆਇਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਣ ਰਹੇ ਨੇ, ਉਹ ਇਹ ਕਹਿ ਰਿਹਾ ਵੀ ਆ ਦੇਖੋ ਮਨੋਜ ਆ ਤੇ ਹੈ ਹੀ ਹੈ ਠੱਗ, ਇਹਦੇ ਬੰਦੇ ਵੀ ਅੱਗੋਂ ਕਹਿੰਦੇ ਘੱਟ ਨਹੀਂ ਹਨ। ਨਹਿ ਤੂੰ ਭੁੱਲ ਕਹੂੰ ਪਟ ਲਿਆਇਓ, ਉਸੇ ਵੇਲੇ ਮਾਰੇ ਨੇ ਕਿਹਾ ਜਾਓ ਜੋ ਇਹਦੇ ਕੋਲੋਂ ਲਿਆ ਉਹ ਵਾਪਸ ਲਿਆ ਕੇ ਦਿਓ। ਕਹਿੰਦੇ ਇਹਦੇ ਕੋਲ ਇੱਕ ਬੜਾ ਕੀਮਤੀ ਦੁਸ਼ਾਲਾ ਸੀ, ਇਹਦੇ ਕੋਲ ਜੋ ਵੀ ਸਮਾਨ ਸੀ ਉਹ ਸਾਰਾ ਲਿਆ ਕੇ ਦੇਣਾ ਕੀਤਾ। ਤਬ ਮੈਂ ਨਗਨ ਲੀਨਾ ਨਿਜ ਸਾਥਾ, ਉਸੇ ਵੇਲੇ ਕਹਿੰਦੇ ਮੈਂ ਦਾ ਅਰਥ ਹੈ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਇਹ ਸਾਰਾ ਸਮਾਨ ਵਾਪਸ ਲੈ ਲਿਆ ਹੈ। ਆਇਓ ਜਹ ਤੁਹਾਡੇ ਜਗਨਾਥਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੇ ਖਲੋਤੇ ਹਨ। ਗੁਰ ਪੁੱਜਿਓ ਕਿਉਂ ਨਗਨ ਪਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ, ਕਿਉਂਕਿ ਭਾਈ ਬਾਲਾ ਜੀ ਜਦੋਂ ਅੰਦਰੋਂ ਲੈ ਕੇ ਆਏ ਹਨ, ਤੇ ਫਿਰ ਜਦੋਂ ਜਿਸ ਹਾਲਤ ਵਿੱਚ ਲੈ ਕੇ ਆਏ ਸਨ, ਤੇ ਉਸ ਵੇਲੇ ਗੁਰੂ ਸਾਹਿਬ ਨੇ ਪੁੱਛਿਆ ਕਿ ਤੇਰੀ ਹਾਲਤ ਕਿਹਨੇ ਕੀਤੀ? ਇਹਨੇ ਆਖਿਆ ਮਹਾਰਾਜ ਜਿੰਨੇ ਧਰਮੀ ਦਿਸਦੇ ਆ ਉਨੇ ਹੀ ਇਹ ਦੁਸ਼ਟ ਨੇ, ਮੈਨੂੰ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਅੰਦਰ ਲੈ ਕੇ ਗਏ। ਭੋਜਨ ਤਾਂ ਇਹਨਾਂ ਨੇ ਕੀ ਛਕਾਉਣਾ ਸੀ, ਅੰਦਰ ਜਾ ਕੇ ਇਹਨਾਂ ਨੇ ਮੇਰੀਆਂ ਮੁਸ਼ਕਾਂ ਜਿਹੜੀਆਂ ਬੰਨ ਦਿੱਤੀਆਂ, ਤੇ ਜੋ ਵੀ ਮੇਰੇ ਕੋਲ ਸੀ ਇਹ ਸਭ ਕੁਝ ਲੈ ਲਿਆ। ਨਹਿ ਉਤਾਰੇ ਚੀਰ, ਇੱਥੋਂ ਤੱਕ ਕਿ ਮੇਰੇ ਕੱਪੜੇ ਵੀ ਇਹਨਾਂ ਨੇ ਲਵਾ ਦਿੱਤੇ। ਸੁਣ ਕੇ ਤੇ ਜਿਆਦਾ ਕਹਿਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਚਿੰਤਾ ਨਾ ਕਰ, ਵਾਹਿਗੁਰੂ ਭਲੀ ਕਰੇ, ਜੇ ਅਸੀਂ ਤੇਰੇ ਨਾਲ ਹਾਂ ਤੇ ਤੇਰਾ ਕੋਈ ਵਾਲ ਵਿਗਾ ਨਹੀਂ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿਗਾ ਹੋਗਾ। ਬਸ ਸਤਿਗੁਰੂ ਨੂੰ ਆਪਣੇ ਨਾਲ ਲੈ ਕੇ ਚੱਲੀਏ। ਜਦੋਂ ਵੀ ਅਸੀਂ ਗੁਰੂ ਸਾਹਿਬ ਨੂੰ ਨਾਲ ਲੈ ਕੇ ਚੱਲਾਂਗੇ ਤੇ ਰਾਹ ਵਿੱਚ ਆਉਣ ਵਾਲੀਆਂ ਔਂਕੜਾਂ ਆਪਣੇ ਆਪ ਹੀ ਦੂਰ ਹੋਣਗੀਆਂ, ਕਿਉਂਕਿ ਗੁਰੂ ਸਾਹਿਬ ਕਹਿੰਦੇ ਤੂੰ ਨਾਲ ਲੈ ਕੇ ਚੱਲਣ ਵਾਲਾ ਬਣ। ਔਖੀ ਘੜੀ ਨਾ ਦੇਖਣ, ਜਿੱਥੇ ਬੰਦਾ ਕਹਿੰਦਾ ਮੈਂ ਚੱਲਿਆ, ਜਿੱਥੇ ਬੰਦਾ ਕਹਿੰਦਾ ਮੈਨੂੰ ਕੀ ਹੋ ਸਕਦਾ, ਮੈਂ ਆਪਣੇ ਆਪ ਦੇ ਵਿੱਚ ਹੀ ਬਹੁਤ ਹਾਂ, ਮੈਨੂੰ ਕਿਸੇ ਦੀ ਸਹਾਇਤਾ ਕਿਸੇ ਦੀ ਮਦਦ ਦੀ ਲੋੜ ਨਹੀਂ ਆ। ਪਰ ਕਈ ਵਾਰੀ ਬੰਦੇ ਦੀ ਮੈਂ ਉਹਨੂੰ ਲੈ ਬੈਠਦੀ ਆ। ਪਰ ਅਸੀਂ ਆਪਣੇ ਉੱਤੇ ਮਾਣ ਹੰਕਾਰ ਨਹੀਂ ਕਰਨਾ, ਅਸੀਂ ਗੁਰੂ ਸਾਹਿਬ ਨੂੰ ਨਾਲ ਲੈ ਕੇ ਚੱਲਣਾ। ਇਹ ਮਹਾਰਾਜ ਰਾਹ ਵਿੱਚ ਬੜੀਆਂ ਔਂਕੜਾਂ ਆਉਣੀਆਂ ਨੇ, ਬੜੀਆਂ ਮੁਸ਼ਕਲਾਂ ਆਉਣੀਆਂ ਨੇ, ਜੇ ਤੁਸੀਂ ਮੇਰੇ ਨਾਲ ਹੋਵੋਗੇ ਮੈਨੂੰ ਕੋਈ ਚਿੰਤਾ ਨਹੀਂ, ਕਿਉਂਕਿ ਤੁਸੀਂ ਮੈਨੂੰ ਭਰੋਸਾ ਦਿਵਾਉਂਦੇ ਹੋ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖ ਹੈ ਆਪਣੇ ਕੋ ਸਾਸ ਪ੍ਰਤਪਾਲੇ। ਜਾਂ ਮੈਂ ਵੀ ਮਾਣ ਨਾਲ ਕਹਿ ਸਕਾਂਗਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਗਾ, ਜੇ ਤੁਸੀਂ ਮੇਰੇ ਵੱਲ ਹੋ, ਮੇਰੇ ਨਾਲ ਹੋ, ਮੇਰੇ ਅੰਗ ਸੰਗ ਹੋ, ਫਿਰ ਮੈਨੂੰ ਚਿੰਤਾ ਦੀ ਕੀ ਲੋੜ ਹੈ। ਜਦੋਂ ਬੱਚਾ ਪਿਤਾ ਦੀ ਉਂਗਲ ਪਕੜ ਕੇ ਤੁਰਿਆ ਜਾਂਦਾ ਨਾ, ਬੇਫਿਕਰ ਹੁੰਦਾ ਹੈ, ਉਹਨੂੰ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕਿਉਂਕਿ ਉਹਨੂੰ ਪਤਾ ਜਿਹਦੀ ਉਂਗਲ ਪਕੜੀ ਉਹ ਆਪੇ ਚਿੰਤਾ ਕਰੇਗਾ। ਹਾਂ, ਜਦੋਂ ਹੀ ਪਿਤਾ ਦੀ ਉਂਗਲ ਛੁੱਟ ਗਈ ਬੱਚਾ ਘਬਰ ਜਾਂਦਾ ਹੈ, ਉਸੇ ਵੇਲੇ ਡਗਮਗਾ ਜਾਂਦਾ ਹੈ, ਉਹਨੂੰ ਦਿਸਦਾ ਹੀ ਕੁਝ ਨਹੀਂ ਮੈਂ ਕਿਹੜੇ ਪਾਸੇ ਜਾਣਾ ਹੈ, ਕਿਹੜੇ ਰਾਹ ਜਾਣਾ ਹੈ, ਉੱਥੇ ਹੀ ਖਲੋ ਕੇ ਰੋਣ ਲੱਗ ਜਾਂਦਾ ਹੈ। ਜਿਹੜਾ 2 ਕਦਮ ਪਿੱਛੇ ਬੜਾ ਖਿੜਖੜਾ ਕੇ ਹੱਸ ਰਿਹਾ ਸੀ, ਕਿਉਂਕਿ ਪਿਤਾ ਦੀ ਉਂਗਲ ਪਕੜੀ ਸੀ ਨਾ, ਤੇ ਚਿੰਤਾ ਕੋਈ ਨਹੀਂ ਸੀ, ਪਤਾ ਜਿੱਧਰ ਪਿਤਾ ਨੇ ਜਾਣਾ ਉਂਗਲ ਪਕੜ ਕੇ ਉਧਰ ਹੀ ਤੁਰਿਆ ਜਾਣਾ। 2 ਕਦਮ ਅੱਗੇ ਤੁਰਦਿਆਂ ਪਿਤਾ ਦੀ ਉਂਗਲ ਛੁੱਟ ਗਈ ਤੇ ਉਸੇ ਵੇਲੇ ਭੁੱਲ ਗਿਆ ਵੀ ਮੈਂ ਜਾਣਾ ਕਿਹੜੇ ਪਾਸੇ ਹੈ, ਪਤਾ ਹੀ ਕੋਈ ਨਾ ਲੱਗਾ, ਬਸ ਚਾਰੇ ਪਾਸੇ ਘੁੰਮ ਕੇ ਰੋਈ ਜਾਂਦਾ ਹੈ। ਪਰ ਜਦੋਂ ਪਿਤਾ ਨੇ ਉਂਗਲ ਪਕੜ ਲਈ ਫਿਰ ਰੋਣਾ ਭੁੱਲ ਗਿਆ, ਫਿਰ ਖਿੜ ਗਿਆ, ਕਿਉਂਕਿ ਪਤਾ ਹੈ ਹੁਣ ਪਿਤਾ ਨੇ ਉਂਗਲ ਪਕੜ ਕੇ ਤੋਰ ਲੈਣਾ ਹੈ। ਅਸੀਂ ਵੀ ਇਹ ਆਪਣੇ ਅੰਦਰ ਇੱਕ ਭਰੋਸਾ ਲੈ ਕੇ ਚੱਲੀਏ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੇ ਜੇ ਮੇਰੇ ਨਾਲ ਸਦਾ ਗੁਰੂ ਹੈ ਤੇ ਮੈਨੂੰ ਕੋਈ ਚਿੰਤਾ ਫਿਕਰ ਦੀ ਲੋੜ ਨਹੀਂ। ਇੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਹਿਜਾਦੇ ਕੋਲੋਂ ਉਹਦਾ ਸਾਰਾ ਹਾਲ ਜਿਹੜਾ ਸੀ ਸੁਣਿਆ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਚਿੰਤਾ ਨਾ ਕਰ, ਵਾਹਿਗੁਰੂ ਭਲੀ ਕਰਨਗੇ। ਇਹ ਭੋਜਨ ਨਹੀਂ, ਇਹ ਤਾਂ ਬੰਚਕ ਠੱਗ ਨੇ, ਇਹਨਾਂ ਨੇ ਤੈਨੂੰ ਭੋਜਨ ਕੀ ਦੇਣਾ ਸੀ, ਤਾਂ ਤੈਨੂੰ ਠੱਗਣ ਤੇ ਲੁੱਟਣ ਨੂੰ ਫਿਰਦੇ ਸਨ। ਉੱਥੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਵੀ ਜਿਹੜਾ ਇੱਕ ਉਚਾਰਨ ਕਰਨਾ ਹੈ, ਔਰ ਇੱਕ ਭਾਂਡੇ ਦੀ ਉਦਾਹਰਨ ਮਹਾਰਾਜ ਨੇ ਦੇਣੀ ਹੈ ਕਿ ਇਹ ਉਸ ਭਾਂਡੇ ਦੀ ਤਰ੍ਹਾਂ ਹੈ ਜਿਹੜਾ ਬਾਹਰੋਂ ਚਮਕਦਾ ਬਹੁਤ ਹੈ ਪਰ ਅੰਦਰ ਕਾਲਖ ਨਾਲ ਭਰਿਆ ਪਿਆ ਹੈ। ਅਸੀਂ ਨਹੀਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਜੀ ਸਾਡੇ ਤੇ ਮਿਹਰ ਕਰੋ, ਅਸੀਂ ਦਿਖਣ ਨੂੰ ਬਾਹਰੋਂ ਬੜੇ ਭਲੇ ਮਾਨਸ ਤੇ ਚੰਗੇ ਲੱਗਦੇ ਹਾਂ, ਪਰ ਅਸੀਂ ਅੰਦਰੋਂ ਹੈ ਕੋਈ ਨਹੀਂ, ਅੰਦਰ ਤੇ ਭਾਂਡਾ ਮੈਲ ਨਾਲ ਭਰਿਆ ਪਿਆ ਹੈ।
ਅੰਦਰ ਤਾਂ ਅਸੀਂ ਪਾਪ ਅਵਗਣ ਤੇ ਬੁਰਾਈਆਂ ਨਾਲ ਭਰੇ ਪਏ ਹਾਂ। ਤੁਹਾਡੇ ਦਰ ਤੇ ਆਏ ਹਾਂ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅਸੀਂ ਬਾਹਰੋਂ ਪੁੰਨੀ ਦਿਸਦੇ ਹਾਂ ਪਰ ਅੰਦਰੋਂ ਅਸੀਂ ਪਾਪ ਨਾਲ ਭਰੇ ਹਾਂ। ਪਰ ਤੁਸੀਂ ਕਿਰਪਾ ਕਰੋਗੇ ਤਾਂ ਅੰਦਰ ਦਾ ਭਾਂਡਾ ਵੀ ਧੋਤਾ ਜਾਏਗਾ, ਕਿਉਂਕਿ ਇੰਨਾ ਮਲੀਨ ਹੈ ਭਾਂਡਾ, ਅਤ ਮਲੀਨ। ਕਹਿੰਦੇ ਅੱਤ ਦਾ ਮਲੀਨ ਹੋਇਆ ਪਿਆ ਹੈ, ਅਸੀਂ ਧੋਣ ਦੀ ਕੋਸ਼ਿਸ਼ ਕਰਾਂਗੇ, ਸਾਡੇ ਕੋਲੋਂ ਧੋਤਾ ਕੋਈ ਨਹੀਂ ਜਾਣਾ। ਤੁਹਾਡੇ ਦਰ ਤੇ ਆਏ ਆ, ਸਾਡੇ ਤੇ ਮਿਹਰ ਕਰੋ, ਆਪਣੇ ਘਰ ਦੇ ਗੋਲੇ ਬਣਾ ਕੇ ਸਾਡੇ ਅੰਦਰ ਦੇ ਭਾਂਡੇ ਨੂੰ ਧੋ ਦਿਓ, ਤਾਂ ਕਿ ਇਹ ਜਨਮ ਸਾਡਾ ਲਿਖੇ ਲੱਗ ਸਕੇ। ਅਰਦਾਸ ਕਰੀਏ, ਆਏ ਆਪਾਂ ਜੀਵਨ ਲਿਖੇ ਲਾਉਣ ਵਾਸਤੇ ਹੀ ਆ, ਪਰ ਉਦੋਂ ਜਦੋਂ ਇਸ ਘਰ ਦੇ ਅਸੀਂ ਗੋਲੇ ਬਣ ਜਾਾਂਗੇ, ਸੇਵਕ ਬਣ ਜਾਾਂਗੇ, ਇਹੀ ਸਾਡੀ ਅਰਦਾਸ ਹੈ। ਗੁਰੂ ਸਾਹਿਬ ਜੀ ਨੇ ਇਸ ਸੱਜਣ ਨੂੰ ਉਹ ਸ਼ਬਦ ਉਚਾਰਨ ਕਰਕੇ ਸੁਣਾਉਣਾ ਹੈ ਜੋ ਆਪ ਜੀ ਕੱਲ ਦੇ ਦੀਵਾਨਾਂ 'ਚ ਸਰਵਣ ਕਰੋਗੇ। ਅੱਜ ਆਪਾਂ ਅਰਦਾਸ ਬੇਨਤੀ ਕਰੀਏ, ਸਾਡਾ ਅੱਜ ਦਾ ਆਇਆ ਇਹ ਸਮਾਂ ਜਿਹੜਾ ਹੈ ਇਹ ਲਿਖੇ ਵਿੱਚ ਲੱਗ ਜਾਏ, ਸਾਡੀ ਜ਼ਿੰਦਗੀ ਦੇ ਸਵਾਸ ਲਿਖੇ ਵਿੱਚ ਲੱਗ ਜਾਣ। ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ। ਅਸੀਂ ਅੰਦਰੋਂ ਵੀ ਧਰਮੀ ਬਣਨਾ ਹੈ। ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ, ਖਿਮਾ ਵਾਲੇ ਗੁਣ ਗ੍ਰਹਿਣ ਹੋ ਜਾਣ, ਤਾਂ ਕਿ ਸਾਡਾ ਜੀਵਨ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।